जी। वाहिगुरु जी का खालसा वाहिगुरु जी की फतेह। सतनाम वाहिगुरु साहिब जी। गुरपुरै हरि नाम दिड़ाया, जिन विचहु परम चुकाया। बड़े प्यारे वचन ने गुरु रामदास महाराज जी के भी पूरे गुरु ने सिख को नाम दृढ़ करवा दिता। जब ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੇ ਹਾਂ, ਅਸੀਂ ਇਹ ਗੱਲ ਕਹੀਏ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਵਰਤੀ ਵੀ ਸਾਨੂੰ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ। ਇੱਥੇ ਨਾਮ ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਵੇ ਕੋਈ। ਦੇਖੋ ਵੀ ਜਦੋਂ ਵੀ ਅਸੀਂ ਗੁਰੂ ਸਾਹਿਬ ਕੋਲ ਆਏ, ਸਤਿਗੁਰਾਂ ਨੇ ਸਾਨੂੰ ਪਰਮਾਤਮਾ ਦੇ ਨਾਮ ਜਪਣ ਦੀ ਹੀ ਪ੍ਰੇਰਨਾ ਕੀਤੀ ਹੈ। ਮਹਾਰਾਜ ਨੇ ਕਿਹਾ ਵੀ ਉਹ ਇੱਕ ਹੀ ਹੈ ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਚਲਾ ਰਿਹਾ, ਸਮੇਟੇਗਾ, ਉਹਦਾ ਹੀ ਨਾਮ ਜਪੋ। ਮਹਾਰਾਜ ਨੇ ਇਹ ਦ੍ਰਿੜ ਕਰਵਾਇਆ ਨਾ ਵੀ ਉਹ ਇੱਕ ਹੀ ਹੈ, ਉਹਦੇ ਨਾਲ ਜੁੜੋਗੇ ਤੇ ਉਹਦੇ ਚਰਨਾਂ 'ਚ ਪ੍ਰਵਾਨ ਹੋਵੋਗੇ। ਇੱਥੇ ਨਾਮ ਦਾ ਅਰਥ ਉਪਦੇਸ਼ ਵੀ ਹੈ। ਗੁਰੂ ਸਾਹਿਬ ਨੇ ਉਪਦੇਸ਼ ਦ੍ਰਿੜ ਕਰਵਾ ਦਿੱਤਾ। ਵੈਸੇ ਪਹਿਲਾਂ ਉਪਦੇਸ਼ ਸੁਣਾਂਗੇ, ਮੰਨਾਂਗੇ, ਨਾਮ ਫਿਰ ਦ੍ਰਿੜ ਹੋਏਗਾ। ਪਹਿਲਾਂ ਤੇ ਗੁਰੂ ਨੂੰ ਸੁਣਾਂਗੇ, ਗੁਰੂ ਸਾਹਿਬ ਜੀ ਕਹਿੰਦੇ ਕਿ ਫਿਰ ਮੰਨਾਂਗੇ, ਫਿਰ ਉਹ ਦ੍ਰਿੜ ਕਰਾਂਗੇ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰ ਮੰਤਰ, ਪਹਿਲਾਂ ਗੁਰ ਮੰਤਰ ਦ੍ਰਿੜ ਹੋਏਗਾ, ਫਿਰ ਨਾਮ ਮੰਤਰ ਦ੍ਰਿੜ ਹੋਏਗਾ। ਗੁਰੂ ਤੋਂ ਮੰਤਰ ਲੈਣੇ, ਮੰਤਰ ਦਾ ਅਰਥ ਜੁਗਤੀ, ਸਿੱਖਿਆ, ਸਮਝ, ਬੁੱਧੀ, ਗਿਆਨ ਗੁਰੂ ਤੋਂ ਮਿਲੇਗਾ। ਨਾਮ ਬਾਰੇ ਸੋਚੀਏ, ਫਿਰ ਨਾਮ ਦ੍ਰਿੜ ਕਰਾਂਗੇ। ਪਹਿਲਾਂ ਤਾਂ ਗੁਰੂ ਸਾਹਿਬ ਨੂੰ ਪੁੱਛਿਆ ਵੀ ਨਾਮ ਚਾਹੀਦਾ ਜੀ, ਕਿਰਪਾ ਕਰੋ ਜੀ। ਗੁਰੂ ਸਾਹਿਬ ਨੇ ਫਿਰ ਆਪਣਾ ਉਪਦੇਸ਼ ਦ੍ਰਿੜ ਕਰਵਾਇਆ, ਫਿਰ ਨਾਮ ਦ੍ਰਿੜ ਕਰਾਂਗੇ। ਗੁਰੂ ਸਾਹਿਬ ਦੇ ਬਚਨ ਸੁਣ ਕੇ ਫਿਰ ਹੀ ਕਹਾਂਗੇ ਨਾ ਸਤਿਨਾਮ ਸ੍ਰੀ ਵਾਹਿਗੁਰੂ, ਫਿਰ ਹੀ ਕਹਾਂਗੇ ਨਾ ਵਾਹਿਗੁਰੂ ਗੁਰ ਮੰਤਰ ਹੈ, ਫਿਰ ਹੀ ਗੁਰ ਮੰਤਰ ਦ੍ਰਿੜ ਹੋਏਗਾ। ਇੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਵਰਤੀ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਜੀ। ਪਹਿਲਾਂ ਉਪਦੇਸ਼ ਕਹੋ ਨਾਨਕ ਗੁਰ ਮੰਤਰ, ਸੱਚ ਸੱਚ ਮੰਤਰ ਤੁਹਾਡਾ ਅੰਮ੍ਰਿਤ ਬਾਣੀ। ਪਹਿਲਾ ਮੰਤਰ ਅੰਮ੍ਰਿਤ ਬਾਣੀ ਹੈ, ਫਿਰ ਨਾਮ ਮੰਤਰ ਦ੍ਰਿੜ ਕਰਾਂਗੇ। ਗੁਰ ਪੂਰੇ ਹਰ ਨਾਮ ਦਿੜਾਇਆ। ਦੇਖ ਸ਼ਬਦ ਆਉਂਦਾ ਗੁਰ ਪੂਰੇ ਮੇਰੀ ਰਾਖ ਲਈ। ਗੁਰੂ ਕੋਲ ਆਉਣਾ ਸੋ ਉਹਨੇ ਮੇਰੇ ਤੇ ਬਖਸ਼ਿਸ਼ ਕੀਤੀ। ਅੰਮ੍ਰਿਤ ਨਾਮ ਹਿਰਦੈ ਮੈਂ ਦੇਵਾਂ। ਗੁਰੂ ਨੇ ਨਾਮ ਹਿਰਦੇ 'ਚ ਟਿਕਾ ਦਿੱਤਾ। ਅੰਮ੍ਰਿਤ ਨਾਮ ਹਿਰਦੈ ਮੈਂ ਦੇਵਾਂ। ਜਨਮ ਜਨਮ ਕੀ ਮੈਲ ਗਈ, ਉਸ ਨਾਮ ਦੀ ਬਰਕਤ ਨਾਲ, ਬਖਸ਼ਿਸ਼ ਨਾਲ ਮੇਰੀ ਜਨਮ ਜਨਮ ਦੀ ਮੈਲ ਦੂਰ ਹੋ ਗਈ। ਸੋ ਸਤਿਗੁਰ ਸੇਵ ਹੋ ਸਾਧ ਜਨੋ। ਮਹਾਰਾਜ ਉਪਦੇਸ਼ ਵੀ ਕਰਦੇ ਵੀ ਉਸ ਗੁਰੂ ਸਾਹਿਬ ਨੂੰ ਸੇਵੋ ਸਾਧ ਜਨੋ, ਜਿਹਦਾ ਹਰ ਹਰ ਨਾਮ ਦ੍ਰਿੜਾਇਆ, ਦਾ ਨਾਮ ਦ੍ਰਿੜ ਕਰਵਾਉਂਦਾ ਹੈ। ਨਾਮ ਤੇ ਕਈਆਂ ਨੇ ਤਿਆਰ ਵੀ ਬੜੇ ਕੀਤੇ। ਉਹ ਕਹਿੰਦੇ ਇਹ ਜਪੋ, ਦੂਸਰੇ ਕੋਲ ਜਾਓ ਕਹਿੰਦੇ ਆ ਜਪੋ, ਤੀਸਰੇ ਕੋਲ ਜਾਓ ਕਹਿੰਦੇ ਆ ਜਪੋ। ਗੁਰੂ ਕਹਿੰਦੇ ਇੱਕ ਨਾਮ। ਸਾਡੇ 10 ਗੁਰੂ ਸਾਹਿਬਾਨਾਂ ਦਾ ਪ੍ਰੈਕਟੀਕਲ ਜੀਵਨ, 6 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ, 3 ਗੁਰਸਿੱਖਾਂ ਦੀ, ਉਹਨਾਂ ਨੇ ਵਾਹਿਗੁਰੂ ਮੰਤਰ ਨੂੰ ਦ੍ਰਿੜ ਕਰਵਾਇਆ। ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਹ ਮੰਤਰ ਜਪ, ਤੇ ਗੁਰੂ ਅੰਗਦ ਸਾਹਿਬ ਨੇ ਹੋਰ ਕੋਈ ਆਪਣਾ ਮੰਤਰ ਤਿਆਰ ਕਰ ਲਿਆ ਹੋਵੇ, ਤੇ ਤੀਸਰੇ ਪਾਤਸ਼ਾਹ ਨੇ ਹੋਰ ਕੁਝ ਕਿਹਾ ਹੋਵੇ, ਤੇ 10ਵੇਂ ਪਾਤਸ਼ਾਹ ਨੇ ਹੋਰ ਕਿਸੇ ਨਾਲ ਜੋੜ ਦਿੱਤਾ ਹੋਵੇ। ਐਸਾ ਨਹੀਂ ਹੈ। ਜਿਵੇਂ ਹੁਣ ਡੇਰੇ ਵਾਲੇ ਕਹਿੰਦੇ ਆਹ ਜਪੋ, ਦੂਸਰਾ ਕਹਿੰਦਾ ਆਹ ਜਪੋ, ਤੀਸਰਾ ਕਹਿੰਦਾ ਆਹ ਜਪੋ। ਗੁਰੂ ਨੇ ਤੇ ਰੱਬ ਦਾ ਨਾਮ ਦ੍ਰਿੜ ਕਰਵਾਇਆ। ਤੇ ਮਹਾਰਾਜ ਕਹਿੰਦੇ ਉਸ ਗੁਰੂ ਤੋਂ ਬਲਿਹਾਰ ਵੀ ਜਾਣਾ ਚਾਹੀਦਾ ਹੈ। ਜਿਹਦਾ ਹਰ ਹਰ ਨਾਮ ਦ੍ਰਿੜਾਇਆ, ਜਿਹਨੇ ਨਾਮ ਦ੍ਰਿੜ ਕਰਵਾ ਦਿੱਤਾ ਵੀ ਇੱਕ ਨੂੰ ਜਪੋਗੇ ਉਹ ਇੱਕੋ ਹੈ, ਭਾਈ ਇੱਕੋ ਹੈ, ਸਾਹਿਬ ਮੇਰਾ। ਇਹ ਤੇ ਗੁਰੂ ਸਾਹਿਬ ਤੋਂ ਪਤਾ ਲੱਗਾ ਨਾ ਵੀ ਸਾਹਿਬ ਮੇਰਾ ਇੱਕੋ ਹੈ। ਉਹ ਤੇ ਕਈਆਂ ਨੇ ਰੱਬ ਵੀ ਕਈ ਬਣਾਏ। ਆਹ ਬਹੁਤੇ ਨਾਮ ਰੱਖਣੇ, ਕਈ ਰੱਬ ਬਣਾਉਣੇ ਹੈ। ਨਹੀਂ ਜੀ ਉਹ ਅੱਲਾ ਹੈ, ਜੀ ਉਹ ਰਾਮ ਹੈ, ਜੀ ਉਹ ਗੌਡ ਹੈ, ਜੀ ਉਹ ਕਰੀਮ ਹੈ, ਜੀ ਰਹੀਮ ਹੈ, ਜੀ ਉਹ ਨਰੈਣ ਹੈ, ਜੀ
ਉਹ ਅਨੇਕਾਂ ਨੇ ਨਾ ਮਹਾਰਾਜ ਨੇ ਕਿਹਾ ਤੇਰੇ ਰੂਪ ਅਨੇਕਾਂ ਨਾਮ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੀਤੇ ਨਾ ਜਿੰਨੇ ਮਰਜ਼ੀ ਰੱਖ ਲਓ ਰੱਬ ਇੱਕ ਹੀ ਹੈ। ਇਹ ਦ੍ਰਿੜ ਗੁਰੂ ਸਾਹਿਬ ਨੇ ਕਰਵਾਇਆ। ਰਾਮ ਕਹਿ ਲਓ ਅੱਲਾ ਕਹਿ ਲਓ ਜੋ ਮਰਜ਼ੀ ਕਹਿ ਲਓ ਹੈ ਉਹ ਇੱਕ ਹੀ ਹੈ। ਕਣਕ ਕਹਿਣਾ ਸੀ ਸਕਦੇ ਆ ਪ੍ਰਸਾਦਾ, ਇਹਦੇ ਕਈ ਨਾਮ, ਕੋਈ ਗੇਹੂੰ ਕਹਿੰਦਾ, ਕੋਈ ਕਣਕ ਕਹਿੰਦਾ, ਕੋਈ ਹੋਰ ਕਹਿੰਦਾ, ਕੁਝ ਹੋਰ ਹੈ ਤੇ ਉਹ ਇੱਕ ਹੀ ਹੈ। ਇੱਥੇ ਗੁਰੂ ਸਾਹਿਬ ਨੇ ਨਾਮ ਦ੍ਰਿੜ ਕਰਵਾਇਆ। ਗੁਰੂ ਦੀ ਜ਼ਰੂਰਤ ਹੈ ਗੁਰਮੁਖ ਜੀਵਨ 'ਚ। ਸਿੱਖ ਨੂੰ ਤੇ ਰੱਬ ਹੀ ਗੁਰੂ ਨਾਲ ਹੀ ਮਿਲੇਗਾ। ਜੇ ਗੁਰ ਪ੍ਰਸਾਦ ਨਹੀਂ ਵਰਤੇਗਾ, ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਇੱਕ ਓਮਕਾਰ ਤੱਕ ਨਹੀਂ ਪਹੁੰਚਿਆ ਜਾਣਾ। ਗੁਰੂ ਹੀ ਦ੍ਰਿੜ ਕਰਵਾਉਂਦਾ, ਗੁਰੂ ਹੀ ਸਿੱਖਿਆ ਦਿੰਦਾ, ਗੁਰੂ ਦੀ ਜੀਵਨ 'ਚ ਲੋੜ ਹੈ। ਤੇ ਮਹਾਰਾਜ ਕਹਿੰਦੇ ਗੁਰੂ ਤੋਂ ਬਗੈਰ ਜਿਹਨੇ ਨਾਮ ਦ੍ਰਿੜ ਕਰਵਾਇਆ ਉਹ ਜਿਹਨੇ ਭਰਮ ਵੀ ਦੂਰ ਕੀਤਾ, ਜਿਨ ਵਿੱਚੋਂ ਭਰਮ ਚੁਕਾਇਆ, ਜਿਹਨੇ ਵਿੱਚੋਂ ਭਰਮ ਵੀ ਦੂਰ ਕੀਤਾ, ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ। ਉਹ ਗੁਰੂ ਧੰਨ ਹੈ ਜਿਹਨੇ ਭਰਮ ਦਾ ਅਰਥ ਦੂਰ ਚਿੱਤਾ ਪਾਣਾ। ਕਿਸੇ ਚੀਜ਼ ਦੇ ਦੋ ਰੇਟ ਹੋਣਾ ਸੀ, ਉਹ ਭਰਮ 'ਚ ਪੈ ਜਾਂਦੇ ਕਿਹੜੀ ਖਰੀਦੀ ਹੈ। ਭਰਮ ਦਾ ਅਰਥ ਉਹ ਹੈਗਾ ਵੀ ਅਸਲੀਅਤ ਤੋਂ ਉਲਟ। ਭਰਮ ਦੀਆਂ ਉਦਾਹਰਨਾਂ ਕਈ ਵਾਰੀ ਆਪਾਂ ਦੇ ਕੇ ਸਮਝਣ ਦਾ ਯਤਨ ਕੀਤਾ ਹੈ। ਉਹ ਜਿਵੇਂ ਰਾਜਾ ਸਿੰਘਾਸਨ 'ਤੇ ਸੁੱਤਾ ਸੀ, ਨੀਂਦ ਆ ਗਈ ਤੇ ਨੀਂਦ 'ਚ ਇੱਕ ਸੁਪਨਾ ਆਇਆ। ਉਹ ਸੁਪਨੇ 'ਚ ਭਿਖਾਰੀ ਬਣ ਗਿਆ, ਉਹਨੂੰ ਭਰਮ ਹੋ ਗਿਆ ਵੀ ਮੈਂ ਤੇ ਭਿਖਾਰੀ। ਜਾਗਿਆ ਫਿਰ ਮਹਾਰਾਜ ਕਹਿੰਦੇ ਹੈ ਸੁੱਤੇ ਹੋਏ ਅਸੀਂ ਭਰਮ 'ਚ ਸੰਸਾਰ ਸੱਚ, ਜਿੱਦਣ ਜਾਗਾਂਗੇ, ਜਿੱਦਣ ਗੁਰੂ ਜਗਾਏਗਾ, ਫਿਰ ਸਲੀਤ ਲੱਗੇਗੀ ਜੋ ਮੈਂ ਸਾਂ ਉਹ ਮੈਂ ਨਹੀਂ ਹੈ ਤੇ ਰਾਜਾ ਸੀ, ਬਣਿਆ ਭਿਖਾਰੀ। ਆਪਣੇ ਆਪ ਨੂੰ ਭਿਖਾਰੀ ਸਮਝ ਲਿਆ, ਮੈਂ ਭਿਖਾਰੀ ਨਹੀਂ ਸਾਂ, ਮੈਂ ਤੇ ਰਾਜਾ ਹਾਂ। ਭਰਮ 'ਚ ਅਸੀਂ ਵੀ ਇਸ ਤਰ੍ਹਾਂ ਹੀ ਹੈ। ਅਸਲੀਅਤ ਦੀ ਗੱਲ, ਅਸਲੀਅਤ ਉਦੋਂ ਸਮਝ ਆਏਗੀ ਜਿੱਦਣ ਗੁਰੂ ਗਿਆਨ ਬਖਸ਼ੇਗਾ। ਇੱਕ ਨਿੱਕੀ ਜਿਹੀ ਘਟਨਾ ਸ਼ਾਇਦ ਆਪਾਂ ਸਮਝਦੇ ਹਾਂ, ਕਿਸੇ ਦੇ ਘਰੇ ਨਾ ਬੱਚੇ ਨੇ ਜਨਮ ਲਿਆ, ਗੁਰੂ ਦੀ ਕੀ ਲੋੜ ਹੈ। ਗੁਰੂ ਆਤਮਿਕ ਗਿਆਨ ਦਿੰਦਾ ਹੈ। ਆਤਮਿਕ ਗਿਆਨ ਇਹੀ ਹੈ ਵੀ ਉਹ ਅੰਦਰਲੇ ਗੁਣ ਪ੍ਰਗਟ ਹੋ ਜਾਂਦੇ ਜਿਹੜੇ ਬਚਪਨ 'ਚ ਸੀ ਤੇ ਨਾਮ ਰੁੱਖ ਦ੍ਰਿੜ ਕਰ ਲੈਂਦਾ ਹੈ। ਕਿਸੇ ਦੇ ਘਰੇ ਨਾ ਬੱਚੇ ਦਾ ਜਨਮ ਹੋਇਆ, ਰਾਤ ਦੇ ਸਮੇਂ ਉਹ ਸਵੇਰੇ ਬੱਚੇ ਨੂੰ ਚੁੱਕ ਕੇ ਲੈ ਜਾਂਦੇ ਨੇ ਕਿਸੇ ਜੋਤਿਸ਼ੀ ਕੋਲ, ਪੁਰੋਹਿਤ ਕੋਲ। ਕਹਿੰਦੇ ਜੀ ਦੱਸੋ ਇਹਦਾ ਭਵਿੱਖ ਦੱਸੋ। ਬਹੁਤੇ ਭਰਮਾਂ 'ਚ ਪੈ ਜਾਂਦੇ ਆ ਨਾ ਭਵਿੱਖ। ਵੇਖੋ ਤੇ ਗੁਰਮੁਖ ਰੱਬ ਨੇ ਜੋ ਲਿਖ ਦਿੱਤਾ ਉਹਨੂੰ ਹੋਣਾ ਹੈ। ਹਾਂ, ਜੀਵਨ 'ਚ ਗੁਰੂ ਆਵੇ ਉਹ ਰੱਬ ਦੇ ਲਿਖੇ ਨੂੰ ਵੀ ਬਦਲ ਦਿੰਦਾ। ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ। ਗੁਰੂ ਸਾਹਿਬ ਕੋਲ ਆਉਣ ਦਾ ਲਾਭ ਇਹ ਹੈ, ਨਹੀਂ ਤੇ ਰੱਬ ਨੇ ਜੋ ਲਿਖ ਦਿੱਤਾ ਉਹ ਫਿਰ ਹੋਣਾ, ਫਿਰ ਇੱਥੇ ਆਉਣ ਦੀ ਵੀ ਲੋੜ ਨਹੀਂ ਹੈ। ਇੱਕ ਇੱਕ ਸ਼ਬਦ ਸਾਨੂੰ ਸੋਚੀ ਦਿੰਦਾ ਹੈ, ਗਿਆਨ ਦਿੰਦਾ ਹੈ। ਉਹ ਸਾਨੂੰ ਅਗਲੇ ਮਾਰਗ 'ਤੇ ਤੋਰਦੇ। ਜੇ ਚੱਲਾਂਗੇ ਰਸਤਾ ਬਦਲ ਸਕਦੇ ਹਾਂ। ਕਿਤੇ ਆਪਾਂ ਜਾ ਰਹੇ ਹਾਂ, ਰਸਤਾ ਭੁੱਲ ਗਏ ਤੇ ਕਿਸੇ ਤੋਂ ਪੁੱਛ ਲਿਆ, ਜਦੋਂ ਤੋਂ ਪੁੱਛਿਆ ਉਹਨੇ ਕਿਹਾ ਵੀ ਇਹ ਨਹੀਂ ਤੇ ਗਲਤ ਤੁਸੀਂ ਆ ਗਏ। ਆਪਾਂ ਕਈ ਵਾਰੀ ਜੀਵਨ 'ਤੇ ਚੱਲਦੇ ਨਾ ਭਾਈ ਇਹ ਤੇ ਰਸਤਾ ਫਲਾਣੇਦਾਰ ਨੂੰ ਜਾਂਦਾ। ਫਿਰ ਪੁੱਛਿਆ, ਫਿਰ ਅਸੀਂ ਰਿਟਰਨ ਲਿਆ, ਫਿਰ ਦੂਸਰੇ ਪਾਸੇ ਨੂੰ ਚਲੇ ਗਏ। ਬਸ ਗਲਤ ਰਸਤੇ 'ਤੇ ਜਾਂਦਿਆਂ ਨੂੰ ਭੁੱਲੇ ਮਾਰਗ ਜਿਨ ਹਿੰਮਤ ਆਇਆ ਐਸਾ ਗੁਰਵਡ ਭਾਗੀ ਪਾਇਆ। ਜਾਂ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਅਸਲੀ ਰਸਤੇ ਤੋਂ ਭਟਕਿਆ ਨੂੰ ਗੁਰੂ ਹੀ ਸਮਝਾਉਂਦਾ, ਗੁਰੂ ਸੋਚੀ ਦਿੰਦਾ। ਮਾਰਗ 'ਤੇ ਤਾਂ ਚੱਲਾ, ਰੱਬ ਨਾਲ ਤਾਂ ਜੁੜਾ ਗਿਆ। ਉਹ ਜੋਤਿਸ਼ੀ ਕੋਲ ਲੈ ਕੇ ਗਏ, ਪੁਰੋਹਿਤ ਕੋਲ ਬੱਚੇ ਨੂੰ ਕਹਿੰਦੇ ਜੀ ਮੈਨੂੰ ਵੇਖ ਦੱਸੋ। ਉਹ ਜੋਤਿਸ਼ੀ ਦੇ ਚਿਹਰੇ ਦਾ ਰੰਗ ਬਦਲ ਗਿਆ। ਉਹ ਹੈਰਾਨ ਹੋ ਗਿਆ ਬੱਚਿਆਂ ਨੂੰ ਵੇਖ ਕੇ। ਉਹ ਮਾਂ ਪਿਓ ਡਰ ਗਏ, ਕਹਿੰਦੇ ਕੀ ਗੱਲ ਹੈ। ਉਹ ਜੋਤਿਸ਼ੀ ਕਹਿੰਦਾ ਵੀ ਇਹ ਬੱਚਾ ਤੁਹਾਡਾ ਇਹਦਾ ਠੀਕ ਨਹੀਂ ਹੈ ਆਉਣ ਵਾਲੇ ਸਮੇਂ 'ਚ। ਕਹਿੰਦੇ ਜੀ ਗੱਲ ਕੀ ਦੱਸੋ ਤੇ ਸਹੀ। ਉਹਨੇ ਇੱਕ ਨਾਮ ਰੱਖਣਾ ਸੀ, ਕਹਿੰਦੇ ਕਿਤੇ ਨਾਮ ਦੱਸੋ। ਕਹਿੰਦਾ ਜੀ ਇਹ ਤੇ ਬੜਾ ਵੱਡਾ ਹਥਿਆਰਾ ਨਿਕਲੇਗਾ। ਉਹ ਜੋਤਿਸ਼ੀ ਨੇ ਉਹ ਮਾਂ ਪਿਓ ਨੂੰ, ਉਹਨਾਂ ਦੇ ਬੱਚੇ ਦੇ ਮਾਂ ਪਿਓ ਨੂੰ ਕਹਿ ਦਿੱਤਾ ਵੀ ਇਹ ਬਹੁਤ ਵੱਡਾ ਹਥਿਆਰਾ ਨਿਕਲੇਗਾ, ਮੈਂ ਤੇ ਕਹਿੰਦਾ ਇਹਨੂੰ ਖਤਮ ਕਰ ਦੇਣਾ ਚਾਹੀਦਾ। ਜੋਤਿਸ਼ੀ ਨੇ ਕਹਿ ਦਿੱਤਾ ਜੀ। ਉਹ ਮਾਂ ਪਿਓ ਡਰ ਗਏ। ਉਹ ਕਹਿੰਦੇ ਵੀ ਇਹ ਤੁਸੀਂ ਕੀ ਕਹਿ ਰਹੇ ਹੋ। ਕਹਿੰਦੇ ਜੀ ਇਹਨੇ ਐਸਾ ਹੀ ਹੋਣਾ ਹੈ, ਇਹਨੇ ਬਹੁਤ ਹੱਤਿਆ ਕਰਨੀਆਂ ਹੈ, ਬਹੁਤ ਵੱਡਾ ਹਥਿਆਰਾ। ਖੀਰ ਨੂੰ ਇਹ ਸੂਲੀ 'ਤੇ ਟੰਗਿਆ ਜਾਏਗਾ। ਖੀਰ ਨੂੰ ਹਥਿਆਰੇ ਨਾਲ ਤਾਂ ਫਿਰ ਐਸਾ ਹੀ ਹੋਣਾ ਹੈ ਵੀ ਖੀਰ ਨੂੰ ਇਹਨੂੰ ਸੂਲੀ 'ਤੇ ਟੰਗ ਦਿੱਤਾ ਜਾਏਗਾ, ਹੁਣ ਨਹੀਂ ਜੇ ਇਹਨੂੰ ਖਤਮ ਆ। ਕਹਿੰਦੇ ਮਾਂ ਪਿਓ ਕਿਹੜਾ ਜਿਹੜਾ ਆਪਣੇ ਬੱਚੇ ਨੂੰ ਖਤਮ ਕਰੇ। ਕਹਿੰਦੇ ਜੀ ਉਹ ਚਲੋ ਫਿਰ ਵੀ ਕਹਿੰਦੇ ਨਾ। ਕਹਿੰਦਾ ਜੀ ਮੈਂ ਤੇ ਕਹਿੰਦਾ ਨਾ ਵੀ ਇਹਦਾ ਹਥਿਆਰਾ ਹੀ ਰੱਖ ਦਿਓ। ਹੁਣ ਮਾਂ ਪਿਓ
ਘਰੇ ਚਲੇ ਗਏ। ਕਹਿੰਦੇ ਹਥਿਆਰਾਂ ਕਈ ਵਾਰੀ ਐਸਾ ਹੁੰਦਾ ਨਾ ਵੀ ਜਿਹੜਾ ਸ਼ਰਾਬ ਨਹੀਂ ਪੀਂਦਾ ਉਹਨੂੰ ਸ਼ਰਾਬੀ ਸ਼ਰਾਬੀ ਕਹਿਣਾ ਸ਼ੁਰੂ ਕਰ ਦਿਓ, ਕਹਿੰਦਾ ਵੀ ਆਪਾਂ ਪੀ ਲੈਂਦੇ ਸਾਰੇ ਸ਼ਰਾਬੀ ਤੇ ਕਹਿੰਦੇ ਹੀ ਆ। ਕਹਿੰਦੇ ਵੀ ਉਹ ਬਾਅਦ ਚ ਕੀ ਕਰੇਗਾ ਉਹ ਵੱਖਰੀ ਗੱਲ ਹੈ, ਨਾ ਹਥਿਆਰਾਂ ਥੋੜ੍ਹੀ ਰੱਖਣਾ ਹੈ। ਉਹਨਾਂ ਨਾਂ ਰੱਖਦੇ ਤਾਂ ਭਗਤ, ਕਹਿੰਦੇ ਨਾਂ ਤੇ ਚੰਗਾ ਰੱਖੀਏ, ਜੇ ਹੱਤਿਆ ਨਹੀਂ ਵੀ ਕਰਨੀ ਇਹਨੂੰ ਹਥਿਆਰਾ ਕਹਿਣਗੇ ਤੇ ਫਿਰ ਕਾਤਲ ਬਣ ਜਾਏਗਾ। ਤੇ ਉਹਨਾਂ ਨਾਮ ਵਧੀਆ ਭਗਤ ਰੱਖ ਦਿੱਤਾ। ਚਲੋ ਉਹਨਾਂ ਦੇ ਅੰਦਰ ਡਰ ਵੀ ਸੀ ਕਿਤੇ ਵੱਡਾ, ਕਿ ਉਹਨਾਂ ਨੇ ਕੀ ਕੀਤਾ, ਨਿੱਕੇ ਜਿਹੇ ਬੱਚੇ ਨੂੰ ਕਿਸੇ ਆਸ਼ਰਮ 'ਚ ਛੱਡ ਦਿੱਤਾ। ਉੱਥੇ ਸ਼ਸਤਰ ਵਿਦਿਆ ਵੀ ਦਿੱਤੀ ਜਾਂਦੀ, ਸ਼ਾਸਤਰ ਵਿਦਿਆ ਵੀ ਦਿੱਤੀ ਜਾਂਦੀ ਹੈ। ਬੱਚੇ ਪੜ੍ਹਦੇ ਨੇ, ਵਿਦਿਆਲਾ ਚੱਲਦੇ ਉੱਥੇ। ਉਹ ਨਿੱਕੇ ਜਿਹੇ ਬੱਚੇ ਨੂੰ ਉਹਨਾਂ ਨੇ ਉਸ ਭਗਤ ਜੀ ਦਾ ਨਾਮ ਰੱਖਿਆ ਸੀ। ਉਹਨਾਂ ਨੇ ਉਹ ਆਸ਼ਰਮ 'ਚ ਛੱਡ, ਬੱਚਾ ਬੜਾ ਹੀ ਉਹ ਨਿਕਲਿਆ ਜੀ। ਉਹ ਕਈ ਵਾਰੀ ਐਸਾ ਹੁੰਦਾ ਵੀ ਇੱਕ ਬੱਚਾ ਪਹਿਲੀ ਕਲਾਸ 'ਚ ਹੁੰਦਾ ਹੈ ਅਤੇ ਉਹ ਟੀਚਰ ਜੋ ਦੱਸਦੇ ਉਹ ਗਿਆਨ ਨਾਲ ਦੀ ਨਾਲ ਪ੍ਰਾਪਤ ਕਰ ਲੈਂਦਾ। ਕਈ ਬੱਚੇ ਇਹੋ ਜਿਹੇ ਵੀ ਹੁੰਦੇ ਜਿਹਨੂੰ ਟੀਚਰ ਸਕੂਲ 1 ਸਾਲ 'ਚ 2 ਕਲਾਸਾਂ ਕਰਾ ਦਿੰਦੇ। ਉਹ ਬੱਚੇ ਕੋਲ ਬਹੁਤ ਗਿਆਨ, ਉਹ ਗੁਰੂ ਨਹੀਂ ਕਹਿ ਸਕਦੇ, ਚਲੋ ਉੱਥੇ ਵਿਦਿਆਲੇ 'ਚ ਸਿਖਾਉਣ ਵਾਲਾ ਟੀਚਰ ਉਹ ਜੋ ਕੁਝ ਦੱਸਦਾ ਨਾਲ ਦੀ ਨਾਲ ਉਹ ਬੱਚਾ ਬੜਾ ਕਾਮਯਾਬ ਨਿਕਲਿਆ ਜੀ। ਉਹਨੇ ਜਿੱਥੇ ਸ਼ਸਤਰ ਵਿਦਿਆ ਸਿੱਖੀ, ਸ਼ਾਸਤਰ ਪੜ੍ਹਦੇ ਨੇ, ਬਹੁਤ ਗਿਆਨੀ ਬਣ ਗਿਆ। ਉਹ ਜਵਾਨ ਹੋ ਜਾਂਦਾ ਹੁਣ ਹੋਇਆ। ਤੇ ਮਾਂ ਪਿਓ ਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਹ ਕਹਿੰਦਾ ਸੀ ਹਥਿਆਰਾ ਇਹ ਤੇ ਹੁਣ ਚੰਗਾ ਗਿਆਨੀ ਬਣ ਗਿਆ ਸਾਡਾ ਪੁੱਤਰ। ਉਹ ਜਿਹੜਾ ਉਹਦਾ ਟੀਚਰ, ਚਲੋ ਉਹ ਜਿਹੜਾ ਘਟਨਾ ਲਿਖੀ ਮੈਂ ਬਹੁਤ ਸਮਾਂ ਪਹਿਲਾਂ ਪੜ੍ਹੀ ਸੀ, ਅੱਜ ਯਾਦ ਆ ਗਈ। ਗੁਰੂ ਤੇ ਚੇਲੇ ਦੀ ਉਹ ਜਦੋਂ ਵਿਚਾਰ ਆਏ ਵੀ ਗੁਰੂ ਨਾਮ ਦ੍ਰਿੜ ਕਰਾਉਂਦਾ, ਉਹਨੂੰ ਗੁਰੂ ਨੇ ਕਹਾਂਗੇ ਜਿਹੜਾ ਆਤਮਿਕ ਗਿਆਨ ਨਹੀਂ ਦੇ ਸਕਦਾ, ਜਾਂ ਜਿਹੜਾ ਦੂਸਰੇ ਹੱਤਿਆ ਦੇ ਮਾਰਗ ਤੇ ਤੋਰਦਾ ਗੁਰੂ ਨਹੀਂ ਹੋ ਸਕਦਾ, ਪਰ ਇਹਦੇ ਗੁਰੂ ਨੇ ਕੀਤਾ। ਉਹ ਜਦੋਂ ਕਾਮਯਾਬ ਹੋ ਗਿਆ ਨਾ, ਹੁਣ ਜਿੱਥੇ ਬੱਚੇ ਘਿਰਨਾ ਕਰਦੇ ਸਨ ਵੀ ਇਹ ਸਾਡੇ ਤੋਂ ਅੱਗੇ ਲੱਗ ਗਏ ਆ, ਉੱਥੇ ਉਹਨਾਂ ਦੇ ਟੀਚਰ ਨੂੰ, ਉਸ ਜਿਹੜੇ ਆਸ਼ਰਮ ਦੇ ਮੁਖੀ ਨੂੰ ਵੀ ਡਰ ਵੀ ਸਾਰੇ ਇਹਦੇ ਨਾਲ ਪਿਆਰ ਕਰਦੇ ਨੇ, ਇਹ ਤੇ ਮੇਰੇ ਨਾਲੋਂ ਵੀ ਅੱਗੇ ਲੱਗੇਗਾ। ਐਸਾ ਹੁੰਦਾ ਹੈ ਅਧਿਆਪਕ ਹੀ ਰਹਿੰਦਾ ਤੇ ਬੱਚੇ ਪੜ੍ਹਨ ਵਾਲੇ ਵੱਡੇ ਅਫਸਰ ਲੱਗ ਜਾਂਦੇ ਆ। ਟੀਚਰ ਹੀ ਰਹਿੰਦਾ, ਉਹਦੇ ਕੋਲ ਪੜ੍ਹਨ ਵਾਲੇ ਬੱਚੇ ਬਹੁਤ ਵੱਡੇ ਅਫਸਰ ਲੱਗ ਜਾਂਦੇ ਆ। ਉਹ ਕਹਿੰਦਾ ਹੈ ਵੀ ਸਾਰੇ ਨੂੰ ਪਿਆਰ ਵੀ ਕਰਦੇ ਆ। ਇਹ ਕਿਤੇ ਇਸ ਆਸ਼ਰਮ ਦਾ ਮਾਲਕ ਬਣ ਕੇ ਨਾ ਬੈਠ ਜਾਏ। ਉਹਨੇ ਸਾਰੀ ਵਿਦਿਆ ਪ੍ਰਾਪਤ ਕਰ ਲਈ। ਜਦੋਂ ਉਸ ਆਸ਼ਰਮ 'ਚੋਂ ਬੱਚਾ ਨਿਕਲਣ ਲੱਗਾ ਨਾ, ਤੇ ਉਹ ਆਪਣੇ ਗੁਰੂ ਨੂੰ ਕਿਹਾ ਜਿਹਦੇ ਤੋਂ ਪੜ੍ਹਿਆ ਸੀ, ਕਹਿੰਦਾ ਜੀ ਗੁਰੂ ਦਕਸ਼ਨਾ ਤੁਹਾਡੀ ਦੇ ਕੇ ਜਾਵਾਂਗਾ, ਦੱਸੋ ਕੀ ਚਾਹੀਦਾ। ਇਹ ਮਹਾਤਮਾ ਬੁੱਧ ਦੇ ਸਮੇਂ ਦੀ ਗੱਲ ਹੈ ਜੀ। ਕਹਿੰਦੇ ਜੀ ਦੱਸੋ। ਉਸ ਹਥਿਆਰੇ ਦਾ ਨਾਮ ਬਾਅਦ 'ਚ ਪਿਆ ਜੀ ਉਂਗਲੀ ਮਾਲ। ਉਂਗਲੀ ਮਾਲ ਦਾ ਅਰਥ ਮਾਲਾ, ਉਂਗਲੀ ਦਾ ਅਰਥ ਹੱਥ ਦੀਆਂ ਉਂਗਲਾਂ। ਕਿਉਂਕਿ ਉਹਦੇ ਉਸ ਗੁਰੂ ਨੇ ਕਿਹਾ, ਕਹਿਣ ਲੱਗਾ ਵੀ ਮੇਰੀ ਦਕਸ਼ਨਾ ਇਹ ਹੈ ਵੀ ਤੂੰ 1000 ਬੰਦੇ ਦੀ ਉਂਗਲ ਕੱਟ ਕੇ ਉਹਦੀ ਮਾਲਾ ਬਣਾ ਕੇ ਮੈਨੂੰ ਭੇਟਾ ਕਰਨੀ ਹੈ। ਉਹ ਗੁਰੂ ਕਿਉਂ? ਉਹ ਕਹਿੰਦਾ ਵੀ ਜੇ ਇਸ ਤਰ੍ਹਾਂ ਰਿਹਾ ਇਹਨੇ ਤੇ ਧਰਮ ਦੀ ਦੁਨੀਆ 'ਚ ਬੜੀ ਉੱਚੀ ਪਦਵੀ ਪ੍ਰਾਪਤ ਕਰ ਲੈਣੀ ਹੈ। ਇਹਨੂੰ ਹੁਣ ਇਸ ਰਸਤੇ ਤੋਂ ਭਟਕਾ ਕੇ ਉਧਰ, ਇਹ ਜੇ ਐਸਾ ਕੁਝ ਗਲਤ ਕੰਮ ਕਰੇਗਾ। ਨਾਲ ਹੀ ਵੀ ਕਹਿ ਦਿੱਤਾ ਵੀ ਇੱਕ ਸਰੀਰ ਦੀ ਇੱਕ ਉਂਗਲੀ ਹੋਣੀ ਚਾਹੀਦੀ ਹੈ। ਇੱਕ ਸਰੀਰ ਦੇ 10 ਉਂਗਲਾਂ ਨਹੀਂ ਕੱਟ ਕੇ ਲੋੜੀਆਂ। ਇੱਕ ਉਂਗਲ ਮੈਨੂੰ, ਸਭ ਤੋਂ ਛੋਟੀ ਉਂਗਲ ਇੱਕ ਚਾਹੀਦੀ ਹੈ, ਉਹਦੀ ਮਾਲਾ। ਤੇ ਹੁਣ ਉਹ ਕਹਿਣ ਲੱਗਾ ਜੀ ਗੁਰੂ ਜੀ ਇਹ ਕੀ ਕਹਿੰਦੇ ਹੋ? ਜੇ ਮੈਂ ਕਿਸੇ ਨੂੰ ਕਹਾਂਗਾ ਵੀ ਤੁਹਾਡੀ ਉਂਗਲੀ ਮੈਂ ਆਪਣੇ ਗੁਰੂ ਨੂੰ ਲਿਜਾ ਕੇ ਦੇਣੀ ਤੇ ਉਹ ਐ ਤੇ ਦੇ ਨਾ, ਇਹਦਾ ਮਤਲਬ ਇੱਕ ਉਂਗਲੀ ਕੱਟਣ ਵਾਸਤੇ ਇੱਕ ਹੱਤਿਆ ਮੈਨੂੰ ਕਰਨੀ ਪਏਗੀ। ਐਸਾ ਹੀ ਹੋਏਗਾ, ਕਿਸੇ ਨੂੰ ਮਾਰ ਕੇ ਕੱਟ ਸਕਾਂਗਾ। ਵੈਸੇ ਮੈਂ ਜੇ ਕਿਸੇ ਨੂੰ ਕਹਾਂਗਾ ਵੀ ਉਂਗਲੀ ਕੱਟ ਕੇ ਦਿਓ ਤੇ ਕੋਈ ਨਹੀਂ ਦੇਗਾ। ਕਹਿੰਦਾ ਜੀ ਤੇਰੀ ਤੇ ਫਿਰ ਗੁਰੂ ਦਕਸ਼ਨਾ ਇਹੀ ਬਣਦੀ ਹੈ ਵੀ ਤੂੰ ਆਪਣੀ ਉਂਗਲੀ, ਉਹ ਨਾ ਚਾਹੁੰਦਾ ਹੋਇਆ ਵੀ, ਉਹ ਤੇ ਹੁਣ ਬੜਾ ਗਿਆਨੀ ਸੀ, ਨਾ ਚਾਹੁੰਦਾ। ਕਹਿੰਦਾ ਜੀ ਗੁਰੂ ਦਕਸ਼ਨਾ ਤੇ ਉਹ ਪੁਰਾਤਨ ਸਮੇਂ ਐਸਾ ਹੁੰਦਾ ਜੀ ਗੁਰੂ ਦਕਸ਼ਨਾ ਦੇਣੀ ਪੈਂਦੀ ਸੀ। ਜੋ ਗੁਰੂ ਮੰਗ ਲੈਂਦਾ ਸੀ ਉਹ ਸ਼ਿਸ਼ ਨੂੰ ਦੇਣਾ ਪੈਂਦਾ ਸੀ। ਉਹ ਨਾ ਚਾਹੁੰਦਾ ਵੀ ਕਹਿੰਦਾ ਵੀ ਠੀਕ ਹੈ ਗੁਰੂ ਦਕਸ਼ਨਾ ਤੇ ਮੈਂ ਦਿਆਂਗਾ। ਉਹਨੂੰ ਐ ਸੀ ਵੀ ਇਹ ਹੁਣ ਕਿਸੇ ਨੂੰ ਮਾਰੇਗਾ, ਰਾਜਾ ਇਹਨੂੰ ਸਜ਼ਾ ਦੇਏਗਾ ਜਾਂ ਕੈਦ ਪਾਏਗਾ ਜਾਂ ਮਾਰੇਗਾ, ਕੱਲ੍ਹ ਨੂੰ ਇਹ ਮੇਰੇ ਤੋਂ ਉੱਚੀ ਸੁਰਤ ਵਾਲਾ ਹੋ ਕੇ ਨਾ ਵਿਚਰੇ ਸੰਸਾਰ ਦੇ ਅੰਦਰ। ਉਹ ਕਹਿੰਦਾ ਜੀ ਠੀਕ। ਉਹ ਚਲੇ ਗਿਆ, ਉਹ ਜੰਗਲ 'ਚ ਗਿਆ ਜੀ। ਉਹ ਜਿਹੜਾ ਬੰਦਾ ਜਾਂਦਾ ਉਹ ਮਾਰ ਕੇ ਉਹਦੀ ਉਂਗਲੀ ਕੱਟ ਲੈਂਦਾ ਹੈ। ਹੁਣ ਵਾਕਈ ਹਥਿਆਰਾ ਬਣ ਗਿਆ। ਹੁਣ ਮਾਂ ਪਿਓ ਵੀ ਡਰ ਗਏ, ਕਹਿੰਦੇ ਉਹ ਤੇ ਜੋਤਸ਼ੀ ਦੀ ਗੱਲ ਠੀਕ ਹੋ ਗਈ। ਉਹਨੇ ਤੇ ਹੁਣ ਹੱਤਿਆ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਾਂ ਪਿਓ ਘਰੇ ਬੈਠੇ ਡਰੀ ਜਾਂਦੇ ਆ। ਉਹ ਮਾਰਦਾ, ਇੱਕ ਬੰਦੇ ਨੂੰ ਮਾਰਦਾ, ਉਹਦੀ ਉਂਗਲੀ ਕੱਟ ਲੈਂਦਾ। ਉਹਨੇ ਆਪਣੇ ਗਲ 'ਚ ਉਂਗਲੀਆਂ ਪਾਉਣੀਆਂ ਸ਼ੁਰੂ, ਕਿਉਂਕਿ ਪਾਸੇ ਰੱਖਦੇ ਕੋਈ ਜਾਨਵਰ ਚੁੱਕ ਕੇ ਲੈ ਜਾਂਦੇ ਆ। ਕਿਰਮਾ
जब इसों दूसरा तीसरा उन्हें जिहदी उंगली कट्टनी वो धागे च परोनी ते अपने गल च लटका लैनी। इत्थों ही उहदा नाम जिहड़ा पिया सी उंगली माल, भी उंगलियां दी माला पाउण वाला अपने गल च, लोकां दी उंगलियां कट के बड़ियां हत्या कीतियां उन्हें। कुदरती उस नगर च महात्मा बुद्ध एक दिन चले गए। ਜਦੋਂ महात्मा बुद्ध गए लोगों ने बड़ा सत्कार किया तो उन्होंने एक गल कह दी, महात्मा जी इस पासे ना जाओ। वो कहते जी की गल है, इस पासे की है? कहते जी इस पासों एक उंगली माल हथियारा रहिंदा, जे तुसीं जाओगे उन्हें तुहाडा नुकसान कर देना, वो बंदे नूं मार के उहदी उंगली कट्टदा है। महात्मा बुद्ध हस पे कहते जो तुसीं ना दस दे तो शायद मैं इस पासे ना जांदा, हुण तुसीं दस दिता उस पासे जरूर जाना है। महात्मा बुद्ध जी कल्ले चल पे उस पासे नूं। ਉਹਨੂੰ ਲਿਖਣ ਵਾਲਾ ਸੱਜਣ ਨੇ ਲਿਖਿਆ ਸੀ, ਕਹਿੰਦਾ ਜੀ 999 ਉਂਗਲੀਆਂ ਉਹਨੇ ਕੱਟ ਚੁੱਕਿਆ ਸੀ, ਇੱਕ ਉਂਗਲੀ ਦੀ ਉਹਨੂੰ ਲੋੜ ਹੈ। ਤੇ ਮਹਾਤਮਾ ਬੁੱਧ ਉਸ ਪਾਸੇ ਚਲੇ ਗਏ। ਉਹ ਦਰਖਤ ਤੇ ਬੈਠਾ, ਦਰਖਤ ਤੋਂ ਝਪੜਾ ਮਾਰਦਾ ਸੀ ਲੰਘਣ ਵਾਲੇ, ਰਸਤੇ ਤੋਂ ਲੰਘਣ ਵਾਲੇ ਬੰਦੇ ਨੂੰ। ਉਹਨੇ ਜਦੋਂ ਮਹਾਤਮਾ ਬੁੱਧ ਨੂੰ ਦੂਰੋਂ ਆਉਂਦਿਆਂ ਵੇਖਿਆ, ਆਤਮ ਉਹਦੇ ਕੋਲ ਗਿਆਨ ਤੇ ਪਹਿਲਾਂ ਹੀ ਸੀ, ਸ਼ਸਤਰ ਬਹੁਤ ਪੜ੍ਹਿਆ, ਵਿਦਿਆ ਤੇ ਬਹੁਤ ਸੀ। ਉਹਨੇ ਮਹਾਤਮਾ ਬੁੱਧ ਦਾ ਚਿਹਰਾ ਵੇਖਿਆ, ਉਹਦੇ ਤੇ ਪ੍ਰਭਾਵ ਪਿਆ। ਕਹਿੰਦਾ ਜੀ ਇਹ ਤੇ ਕੋਈ ਬੜੀ ਉੱਚੀ ਸੁਰਤ ਵਾਲਾ ਲੱਗਦਾ ਹੈ, ਕਿਉਂਕਿ ਉਹ ਰਿਹਾ ਹੀ, ਉਹਨੇ ਪੜ੍ਹਿਆ ਹੀ ਸਾਰਾ ਆਸ਼ਰਮ ਦੇ ਵਿੱਚੋਂ, ਉਹਦੇ ਕੋਲ ਆਤਮਿਕ ਗਿਆਨ ਸੀ, ਉਹ ਕਿਸੇ ਨੂੰ ਪੜ੍ਹ ਸਮਝ ਸਕਦਾ ਸੀ ਵੀ ਇਹ ਕੌਣ ਹੈ। ਉਹ ਮਹਾਤਮਾ ਬੁੱਧ ਵੱਲ ਵੇਖ ਕੇ ਨਾ ਉਹਨੇ ਹਮਲਾ ਨਹੀਂ ਕੀਤਾ ਉਹਦੇ ਉੱਪਰ। ਕਹਿੰਦਾ ਇਹ ਕੋਈ ਬੜੀ ਉੱਚੀ ਸੁਰਤ ਵਾਲਾ ਕੋਈ ਮਹਾਂਪੁਰਖ, ਕੋਈ ਸੰਤ, ਕੋਈ ਭਗਤ ਹੈ। ਉਹ ਮਹਾਤਮਾ ਬੁੱਧ ਨੂੰ ਆਵਾਜ਼ ਮਾਰਦਾ, ਕਹਿੰਦਾ ਜੀ ਤੁਸੀਂ ਕੌਣ ਹੋ? ਉਹ ਸੁਰਤ ਤੁਹਾਡੀ ਬੜੀ ਉੱਚੀ ਲੱਗਦੀ ਹੈ, ਇਸ ਰਸਤੇ ਤੋਂ ਚਲੇ ਜਾਓ, ਵੀ ਤੁਸੀਂ ਵਾਪਸ ਮੁੜ ਜਾਓ। ਮਹਾਤਮਾ ਬੁੱਧ ਰੁਕੇ ਨਹੀਂ, ਤੁਰੇ ਜਾਂਦੇ, ਉਹ ਥੱਲੇ ਉਤਰ ਜਾਂਦਾ। ਮਹਾਤਮਾ ਬੁੱਧ ਦੇ ਸਾਹਮਣੇ ਆ ਜਾਂਦਾ, ਕਹਿੰਦਾ ਜੀ ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਾ? ਮਹਾਤਮਾ ਬੁੱਧ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਵੀ ਸ਼ਕਤੀਸ਼ਾਲੀ ਕੌਣ ਹੈ? ਕਹਿੰਦਾ ਸ਼ਕਤੀਸ਼ਾਲੀ ਮਹਾਤਮਾ ਬੁੱਧ ਨੇ ਉਸ ਨੂੰ, ਕਹਿੰਦਾ ਜੀ ਇਸ ਟਾਈਮ ਤੇ ਮੈਂ ਹੀ ਹੈ, 1000 ਬੰਦੇ ਦੇ ਕਰੀਬ ਮਾਰ ਚੁੱਕਿਆ ਹੈ, ਤੇ ਰਾਜਾ ਆਪਣੀ ਸੈਨਾ ਭੇਜਦਾ ਸੀ ਮੈਨੂੰ ਪਕੜਨ ਵਾਸਤੇ, ਉਸ ਸੈਨਾ ਨੂੰ ਮਾਰ ਕੇ ਉਹਦੀਆਂ ਉਂਗਲੀਆਂ ਕੱਟ ਲੈਂਦਾ ਰਿਹਾ। ਕਹਿੰਦਾ ਇਸ ਟਾਈਮ ਸ਼ਕਤੀਸ਼ਾਲੀ ਮੈਂ ਹੈ, ਉਹਦੇ ਹੱਥ 'ਚ ਤਲਵਾਰ ਹੈ ਵੀ ਤੁਹਾਨੂੰ ਮਾਰ ਸਕਦਾ, ਇਸ ਟਾਈਮ ਤੇ ਮੈਂ ਹੀ ਸ਼ਕਤੀਸ਼ਾਲੀ। ਉਹ ਮਹਾਤਮਾ ਬੁੱਧ ਕਹਿੰਦਾ ਵੀ ਜੇ ਤੂੰ ਸ਼ਕਤੀਸ਼ਾਲੀ ਹੈ ਤੇ ਇੱਕ ਦਰਖਤ ਦੀ ਟਾਹਣੀ ਮੈਨੂੰ ਤਲਵਾਰ ਨਾਲ ਕੱਟ ਕੇ ਵਿਖਾ। ਉਹਨੇ ਤਲਵਾਰ ਮਾਰੀ ਜੀ, ਉਹ ਟਾਹਣੀ ਕੱਟ ਦਿੱਤੀ, ਥੱਲੇ ਡਿੱਗ ਪਈ। ਕਹਿੰਦਾ ਜੀ ਵੇਖੋ ਤੁਸੀਂ ਟਾਹਣੀ ਦੀ ਗੱਲ ਕੀਤੀ, ਟਾਹਣੀ ਤੇ ਮੈਂ ਤੇ ਸਿਰ ਲਾਉਣ ਲੱਗੇ, ਇੰਨਾ ਟਾਈਮ ਨਹੀਂ ਲਾਉਣਾ। ਉਹ ਮਹਾਤਮਾ ਬੁੱਧ ਕਹਿਣ ਲੱਗੇ ਸ਼ਕਤੀਸ਼ਾਲੀ ਉਹ ਨਹੀਂ ਹੁੰਦਾ ਜਿਹੜਾ ਤੋੜਨਾ ਜਾਣਦਾ ਹੋਵੇ, ਕੱਟਣਾ ਜਾਣਦਾ ਹੋਵੇ। ਉਹ ਕਹਿੰਦਾ ਜੀ ਇਹ ਤੇ ਕੰਮ ਬੱਚਾ ਵੀ ਕਰ ਸਕਦਾ, ਉਹਦੇ ਹੱਥ 'ਚ ਤਲਵਾਰ ਦੇ ਦਿਓ ਮਾਰ ਕੇ ਟਾਹਣੀ ਤੇ ਉਹਨੇ ਵੀ ਕੱਟ ਦੇਣੀ ਹੈ। ਉਹਦੇ ਹੱਥ 'ਚ ਤਲਵਾਰ ਦੇ ਦਿਓ ਕਿਸੇ ਦੀ ਧੌਣ ਤੇ ਉਹ ਵੀ ਕੱਟ ਦੇਗਾ। ਸ਼ਕਤੀਸ਼ਾਲੀ ਉਹ ਨਹੀਂ ਜਿਹੜਾ ਜੁੜਿਆ ਹੋਇਆ ਨੂੰ ਕੱਟਦਾ, ਤੋੜਦਾ, ਵੱਢਦਾ। ਸ਼ਕਤੀਸ਼ਾਲੀ ਉਹ ਹੈ ਜਿਹੜਾ ਟੁੱਟਿਆ ਨੂੰ ਜੋੜਦਾ। ਦਾ ਇਹ ਟਾਹਣੀ ਮੈਨੂੰ ਜੋੜ ਕੇ ਵਿਖਾ ਦਰਖਤ ਦੇ ਨਾਲ। ਜਿਹੜਾ ਤੋੜਨ ਵਾਲਾ ਸ਼ਕਤੀਸ਼ਾਲੀ ਨਹੀਂ, ਬੇਸਮਝ ਬੰਦੇ ਨੂੰ, ਬੱਚੇ ਨੂੰ ਫੜਾ ਦਿਓ ਉਹਨੇ ਤੋੜ ਦੇਣੀ ਹੈ। ਜਿਹੜੀ ਟਾਹਣੀ ਟੁੱਟ ਚੁੱਕੀ ਇਹਨੂੰ ਜੋੜ ਕੇ ਵਿਖਾ। ਕਹਿੰਦਾ ਜੀ ਇਹ ਤੇ ਮੇਰੇ ਕੋਲ ਤਾਕਤ ਨਹੀਂ। ਫਿਰ ਕਹਿੰਦੇ ਕੋਈ ਸ਼ਕਤੀਸ਼ਾਲੀ ਵੀ ਨਹੀਂ ਹੈ। ਕਹਿੰਦੇ ਇਹ ਕਰਮ ਕਰਨਾ ਛੱਡ। ਕਹਿੰਦਾ ਜੀ ਮੈਂ ਕੋਈ ਹਥਿਆਰਾ, ਕੋਈ ਡਾਕੂ, ਮੈਂ ਕਿਸੇ ਨੂੰ ਲੁੱਟਦਾ ਨਹੀਂ ਹੈ ਵੀ ਕਿਸੇ ਦਾ ਕਤਲ ਕਰਕੇ। ਕਹਿੰਦੇ ਤੇ ਗੁਰੂ ਰੱਖਣਾ ਹੈ। ਤੇ ਮਹਾਤਮਾ ਬੁੱਧ ਨੇ ਫਿਰ ਗਿਆਨ ਕਰਵਾਇਆ। ਕਹਿੰਦੇ ਉਹ ਗੁਰੂ ਹੀ ਕਾਹਦਾ ਹੈ ਜਿਹੜਾ ਕਿਸੇ ਦਾ ਸਿਰ ਵੱਢਣ ਦੀ ਗੱਲ ਕਰਦਾ ਹੋਵੇ। ਉਹ ਤੇ ਤੇਰੇ ਨਾਲ ਜਲਨ ਕਰਦਾ, ਈਰਖਾ ਕਰਦਾ, ਉਹ ਤੇ ਤੈਨੂੰ ਵਿਦਵਾਨ ਵੇਖਣਾ ਨਹੀਂ ਚਾਹੁੰਦਾ। ਉਹ ਗੁਰੂ ਨਹੀਂ ਜਿਹੜਾ ਕਿਸੇ ਨੂੰ ਜਿਉਂਦੇ ਨੂੰ ਮਾਰਨ ਦੀ ਗੱਲ ਕਰਦਾ ਹੋਵੇ। ਅਸਲ ਵਿੱਚ ਗੁਰੂ ਉਹ ਹੁੰਦਾ ਜਿਹੜਾ ਮੁਰਦੇ ਨੂੰ ਜ਼ਿੰਦਗੀ ਦੇਣ ਦੀ ਗੱਲ ਕਰਦਾ ਹੋਵੇ। ਤੇਰੇ ਗੁਰੂ ਨੇ ਤੈਨੂੰ ਜਿਉਂਦਿਆਂ ਨੂੰ ਮਾਰਨ ਦੀ ਪ੍ਰੇਰਨਾ ਦਿੱਤੀ। ਚਾਹੀਦਾ ਸੀ ਉਹਨੂੰ ਸਿਖਾਉਂਦਾ ਵੀ ਮੁਰਦਿਆਂ ਨੂੰ ਜੀਵਨ ਕਿਵੇਂ ਦੇਣਾ। ਉਹ ਸੁਰਤ ਕਰਕੇ ਮੁਰਦਿਆਂ ਦੀ ਆਤਮਿਕ ਤੌਰ ਤੇ ਮਰਿਆਂ ਦੀ ਗੱਲ ਕੀਤੀ ਮਹਾਤਮਾ ਬੁੱਧ ਨੇ। ਕਹਿੰਦਾ ਜੀ ਫਿਰ ਕਹਿੰਦੇ ਜੀ ਉਹ ਗੁਰੂ ਨੂੰ ਕੋਈ ਦਕਸ਼ਨਾ ਦੇਣ ਦੀ ਲੋੜ ਨਹੀਂ। ਉਹ ਗੁਰੂ ਹੀ ਨਹੀਂ ਹੈ ਜਿਹੜਾ ਮਾਰਨਾ ਸਿਖਾਉਂਦਾ ਹੈ। ਤੇ ਫਿਰ ਮਹਾਤਮਾ ਬੁੱਧ ਨੇ ਉੱਥੇ ਉਪਦੇਸ਼ ਦਿੱਤਾ। ਕਹਿਣ ਲੱਗੇ ਭਲਿਆ ਜੁੜਿਆਂ ਨੂੰ ਤੋੜਨ ਵਾਲੇ ਬਹੁਤ ਨੇ, ਟਾਹਣੀਆਂ ਕੱਟਣ ਵਾਲੇ, ਸਿਰ ਵੱਢਣ ਵਾਲੇ ਬਹੁਤ ਨੇ। ਸ਼ਕਤੀਸ਼ਾਲੀ ਭਗਤ, ਨਾਮ ਭਗਤ ਰਖਾਇਆ ਹੀ ਭਗਤ ਉਹ ਹੁੰਦਾ ਜਿਹੜਾ ਟੁੱਟਿਆਂ ਨੂੰ ਜੋੜਦਾ। ਗੁਰਮੁਖੋ ਗੁਰੂ ਨਾਲ 3 ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਦੇਹਕ ਗੁਰੂ, ਦੇਹ ਦਾ ਗੁਰੂ। ਇੱਕ ਹੁੰਦਾ ਮਾਨਸਿਕ ਗੁਰੂ, ਇੱਕ ਹੁੰਦਾ ਆਤਮਿਕ ਗੁਰੂ। ਜਿਹੜਾ ਦੇਹਕ ਗੁਰੂ ਹੁੰਦਾ ਨਾ, ਦੇਹ ਦਾ ਗੁਰੂ, ਉਹ ਸਾਨੂੰ ਸਰੀਰ ਦੇ ਕੰਮ ਸਿਖਾਉਂਦਾ ਹੈ। ਜਿਵੇਂ ਮੰਨ ਲਓ
ਵੀ ਕਿਸੇ ਨੇ ਕੋਈ ਲੱਕੜ ਦਾ ਕੰਮ ਸਿੱਖਣਾ ਹੈ, ਕੋਈ ਰਾਜਪੁਰਾ ਸਿੱਖਣਾ, ਉਹਨੇ ਰਾਜਗੀਰੀ ਸਿੱਖਣੀ ਹੈ, ਉਹ ਦੇਹ ਦਾ ਵੀ ਇੱਕ ਇੱਟ ਨੂੰ ਐ ਲਾਉਣਾ, ਐ ਕਰਨਾ। ਜਿਹੜਾ ਦੇਹ ਨੂੰ ਕੰਮ ਸਿਖਾਉਂਦਾ ਉਹਨੂੰ ਕਹਿੰਦੇ ਦੇਹਕ ਗੁਰੂ। ਵੀ ਗੁਣ ਲੈਣਾ ਹੈ ਕਿਸੇ ਨੇ ਕਿਸੇ ਦੇ ਪਾਸੋਂ, ਉਹ ਫਿਰ ਕਹਿੰਦਾ ਨਹੀਂ ਐ ਨਹੀਂ ਕਰ, ਐਂ ਕਰਦਾ। ਕੋਈ ਮੰਨ ਲਓ ਕਿਸੇ ਨੇ ਗੱਤਕਾ ਹੀ ਸਿੱਖਣਾ, ਇਹ ਦੇਹ ਦਾ ਕੰਮ ਹੈ, ਸਰੀਰ ਦੀ ਪ੍ਰੈਕਟਿਸ ਹੈ। ਉਹ ਦੂਸਰਾ ਬੰਦਾ ਦੇਹ ਦੀ ਪ੍ਰੈਕਟਿਸ ਕਰਵਾ ਦਿੰਦੀ ਹੈ, ਇਹਨੂੰ ਕਹਿੰਦੇ ਦੇਹਕ ਗੁਰੂ। ਇੱਕ ਹੁੰਦਾ ਮਾਨਸਿਕ ਗੁਰੂ। ਮਾਨਸਿਕ ਉਹ ਜਿਹੜੇ ਟੀਚਰ ਬੱਚਿਆਂ ਨੂੰ ਪੜ੍ਹਾਉਂਦੇ ਸਕੂਲ 'ਚ, ਕਿਤਾਬ ਅੱਗੇ ਖੁੱਲ੍ਹੀ ਹੈ, ਉਹ ਸਰੀਰ ਦੀ ਹਰਕਤ ਨਹੀਂ ਕੁਝ ਕਰਦੇ, ਉਹ ਕਿਤਾਬ ਤੋਂ ਗਿਆਨ ਦਿੰਦੇ ਹੈ, ਉਹ ਮਨ 'ਚ ਗਿਆਨ ਜਾਂਦਾ ਹੈ। ਇੱਕ ਇਕੱਲੇ ਸ਼ਾਸਤਰ ਪੜ੍ਹਾਉਣੇ ਨੂੰ ਆਪਾਂ ਮੰਨ ਲਓ ਵੀ ਹੁਣ ਜਿਵੇਂ ਅਸੀਂ ਕਿਸੇ ਤੋਂ ਸੰਥਿਆ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ, ਇਹਨੂੰ ਕਹਿੰਦੇ ਮਾਨਸਿਕ ਗੁਰੂ। ਜਿਹੜਾ ਸਾਡੀ ਸੁਰਤ 'ਚ ਕੋਈ ਗਿਆਨ ਦੇ ਦਿੰਦਾ ਹੈ। ਮੰਨ ਲਓ ਵੀ ਮੈਂ ਕਿਸੇ ਤੋਂ ਅਰਥ ਸਿੱਖਦਾ ਗੁਰਬਾਣੀ ਦੇ, ਉਹਨੂੰ ਮਾਨਸਿਕ ਗੁਰੂ ਕਹਿ ਸਕਦੇ। ਮੇਰੀ ਸੁਰਤ, ਮੇਰੇ ਮਨ ਦੇ ਵਿੱਚੋਂ ਗਿਆਨ ਦੇ ਰਿਹਾ ਹੈ। ਟੀਚਰ ਬੱਚੇ ਨੂੰ ਜਦੋਂ ਪੜ੍ਹਾਉਂਦਾ ਹੈ ਨਾ, ਉਹ ਮਨ 'ਚ ਗਿਆਨ ਪਾਉਂਦਾ ਉਹਦੇ, ਉਹ ਦੇਹ ਨਾਲ ਕੁਝ ਨਹੀਂ ਕਰਾਉਂਦਾ ਟੀਚਰ, ਸਰੀਰ ਤੋਂ ਉਤਰੇ ਉਹ ਮਾਨਸਿਕ ਤੌਰ 'ਤੇ ਉਹਨੂੰ ਗਿਆਨ ਦਿੰਦਾ ਹੈ। ਇੱਕ ਹੁੰਦਾ ਗੁਰਮੁਖੋ ਆਤਮਕ ਗੁਰੂ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਆਤਮਾ ਦਾ ਗਿਆਨ ਕਰਾਉਂਦੇ ਆ। ਜਿਹੜੇ ਸਾਡੇ ਅੰਦਰ ਕਹਿੰਦੇ ਧਰਮ ਹੋਣਾ ਚਾਹੀਦਾ, ਦਇਆ ਹੋਣੀ ਚਾਹੀਦੀ, ਖਿਮਾ, ਸਤ, ਸੰਤੋਖ, ਧੀਰਜ, ਇਹ ਜਿਹੜੇ ਗੁਣ ਪੈਦਾ ਕਰਦੇ ਸਾਡੇ ਅੰਦਰ, ਉਹਨੂੰ ਆਤਮਕ ਗੁਰੂ ਕਹਿੰਦੇ ਆ। ਉਹ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਆ। ਕਿਸੇ ਨੇ ਕਿਸੇ ਤੋਂ ਸਿੱਖ ਕੇ ਕੰਮ ਸ਼ੁਰੂ ਕੀਤਾ, ਸਕੂਲ 'ਚੋਂ ਵਿਦਿਆ ਲੈ ਕੇ ਉਹ ਕਾਮਯਾਬ ਹੋ ਗਿਆ, ਪਰ ਜਿਹੜੇ ਆਤਮਾ 'ਚ ਗੁਣ ਨੇ ਉਹਨੂੰ ਪ੍ਰਗਟ ਕਰਨਾ ਉਹ ਆਤਮਕ ਗੁਰੂ ਹੀ ਕਰ ਸਕਦਾ ਹੈ। ਜਾਂ 4 ਤਰ੍ਹਾਂ ਦੇ ਗੁਰੂ ਅਸੀਂ ਬੰਨੇ, ਦੀਪਕ ਗੁਰੂ, ਚੰਦਨ ਗੁਰੂ, ਭ੍ਰਿੰਗੀ ਗੁਰੂ। ਇਹ ਜਿਹੜੇ ਉਹ ਗੁਰੂਆਂ ਦੀ 10 ਨੇ ਕਈ ਵਾਰੀ ਵਿਚਾਰ ਕੀਤੀ ਹੈ। ਜਿਹੜਾ ਸਾਡਾ ਗੁਰੂ ਹੈ ਦੀਪਕ ਗੁਰੂ ਹੈ, ਦੀਵੇ ਤੋਂ ਦੀਵਾ ਜਗਦਾ ਹੈ। ਉਹ ਜਿੰਨੇ ਮਰਜ਼ੀ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਉਹ ਕਿਸੇ ਕਵੀ ਨੇ ਕਿਹਾ ਤਾਰੇ ਗਿਣੇ ਜਾਤ ਹੈ, ਤਾਰੇ ਨਾ ਗਿਨਾਤ ਹੈ। ਗੁਰੂ ਨਾਨਕ ਸਾਹਿਬ ਜੀ ਲੱਟ ਕਰਕੇ ਆਪ ਉਸ ਸੰਸਾਰ ਨੂੰ ਰੋਸ਼ਨੀ ਦਿੰਦੇ ਸਨ, ਔਰ ਉਸ ਦੀਵੇ ਤੋਂ, ਗੁਰੂ ਨਾਨਕ ਸਾਹਿਬ ਰੂਪੀ ਦੀਵੇ ਤੋਂ ਅਨੇਕਾਂ ਦੀਵੇ ਜਗੇ। ਜਿਵੇਂ ਕੱਲ੍ਹ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਸੀ, ਦਾਸ ਬੇਨਤੀ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਬਾਬਾ ਦੀਪ ਸਿੰਘ ਵਾਪਸ ਆਉਣ ਲੱਗੇ ਤੇ ਮਹਾਰਾਜ ਨੇ ਨਾਮ ਪੁੱਛਿਆ, ਕਹਿੰਦੇ ਜੀ ਪਹਿਲਾਂ ਦੀਪਾ ਸੀ, ਹੁਣ ਦੀਪ ਸਿੰਘ ਬਣ ਗਿਆ, ਅੰਮ੍ਰਿਤ ਛਕ ਲਿਆ। ਮਹਾਰਾਜ ਕਹਿੰਦੇ ਨਾਮ ਬੜਾ ਸੋਹਣਾ, ਦੀਪ ਦਾ ਅਰਥ ਹੁੰਦਾ ਦੀਵਾ, ਤੇ ਕਈਆਂ ਨੂੰ ਤੁਸੀਂ ਜਗਾਓਗੇ, ਪਹਿਲਾਂ ਲੱਟ ਕਰਕੇ ਜਗੋ ਫਿਰ ਜਗਾਓਗੇ। ਅੱਜ ਵੀ ਉਸ ਦੀਵੇ ਤੋਂ ਕਈ ਦੀਵੇ ਜਗ ਰਹੇ ਆ। ਇੱਕ ਸਥਾਨ ਹੈ ਜਿੱਥੇ ਜੋਤ ਜਗਦੀ, ਉਹ ਬਾਬਾ ਦੀਪ ਸਿੰਘ ਜੀ। ਵੈਸੇ ਸ਼ਹੀਦਾਂ ਦੇ ਸਥਾਨਾਂ ਤੇ ਜੋਤਾਂ ਜਗਦੀਆਂ, ਪਰ ਹੁਣ ਬਹੁਤਿਆਂ ਤੇ ਨਹੀਂ, ਤੇ ਉਹ ਬਾਬਾ ਦੀਪ ਸਿੰਘ ਜੀ ਦੇ ਉਹ ਉਸ ਜੋਤ ਦਾ ਵੀ ਅਰਥ ਇਹੀ ਹੈ, ਇਹ ਜਗੀ ਹੋਈ ਸੁਰਤ ਕਈਆਂ ਨੂੰ ਜਗਾ ਰਹੀ ਹੈ। ਲਾਈਟ ਹੈ, ਪਹਿਲਾਂ ਬਲਬ ਲੱਗੇ, ਟਿਊਬ ਲੱਗੀ ਹੈ, ਜਿੰਨੀ ਰੋਸ਼ਨੀ ਉਹਦੇ 'ਚ ਖੀਰਨੀ, ਭਾਵੇਂ 1000 ਟਿਊਬ ਜਗਾ ਲਓ, ਖੀਰਨੀ 'ਚ ਵੀ ਉਨੀ ਰੋਸ਼ਨੀ ਹੋਏਗੀ। ਦੀਪਕ ਗੁਰੂ ਦਾ ਮਤਲਬ ਹੈ ਜਿੰਨਾ ਗੁਰੂ ਕੋਲ ਗਿਆਨ ਉਹ ਸਿੱਖ 'ਚ ਭਰ ਦਿੰਦਾ। ਤਾਂ ਹੀ ਤੇ ਖਾਲਸਾ ਮੇਰੂ ਰੂਪ ਹੈ, ਖਾਲਸ ਮਹਾਰਾਜ ਨੇ ਸ਼ਬਦ ਵਰਤੇ ਵੀ ਸਿੱਖ ਗੁਰੂ ਚੰਤਰ ਕੋਈ ਨਹੀਂ, ਭਗਤ ਰੱਬ ਚੰਤਰ ਕੋਈ ਨਹੀਂ ਹੈ। ਉਹ ਸਾਰੀ ਜਿਹੜੀ ਜਾਂ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਉਹ ਚਾਨਣ ਜਿਹੜਾ ਗਿਆਨ ਹੈ ਨਾ, ਕਰਮ ਬਖਸ਼ਿਸ਼ ਉਹਦੀ ਨਾਲ ਸਾਡੀ ਸੁਰਤ ਚਾੜ ਕੇ ਵਸ ਜਾਂਦਾ ਹੈ। ਇਹਨੂੰ ਆਤਮਿਕ ਗੁਰੂ ਕਹਿੰਦੇ। ਮਹਾਤਮਾ ਬੁੱਧ ਨੇ ਫਿਰ ਗਿਆਨ ਕਰਵਾਇਆ ਜੀ, ਕਹਿਣ ਲੱਗੇ ਤੇਰੇ ਉਹ ਗਿਆਨ ਪ੍ਰਗਟ ਹੋ ਗਿਆ, ਕਿਉਂਕਿ ਅੰਦਰ ਵਿਦਵਤਾ ਸੀ ਉਹਦੇ ਅੰਦਰ। ਉਹਨੇ ਮਹਾਤਮਾ ਬੁੱਧ ਨੂੰ ਮੱਥਾ ਟੇਕਿਆ, ਕਹਿੰਦਾ ਜੀ ਉਹ ਨਹੀਂ ਗੁਰੂ ਮੇਰੇ, ਤੁਸੀਂ ਗੁਰੂ ਜਿਨ੍ਹਾਂ ਨੇ ਗਿਆਨ ਦਿੱਤਾ। ਉਹਨੇ ਤਲਵਾਰ ਚਲਾ ਕੇ ਮਾਰੀ, ਫਿਰ ਸਾਰੇ ਜਿਹੜੇ ਮਹਾਤਮਾ ਬੁੱਧ ਦੇ ਸੇਵਕ ਸ਼ਿਸ਼ ਸਨ, ਸਾਰਿਆਂ ਦੇ ਵਿੱਚੋਂ ਸ਼੍ਰੋਮਣੀ ਹੋ ਕੇ ਉਹ ਨਿਕਲੇ ਜੀ। ਭਗਤੀ ਵਾਲਾ ਜੀਵਨ ਜਿਉ ਕੇ ਗਏ। ਉਹਨਾਂ ਨੇ ਬਹੁਤ ਲੰਮਾ ਫਿਰ ਜੀਵਨ ਜਿਉਇਆ। ਉਹਨਾਂ ਨੇ ਰੱਬ ਦੀ ਇਬਾਦਤ ਕਰਦਿਆਂ ਆਪਣਾ ਸਰੀਰ ਤਿਆਗਿਆ, ਉਹ ਕਿਸੇ ਸੂਲੀ ਤੇ ਨਹੀਂ ਟੰਗੇ ਗਏ। ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ, ਭਵਿੱਖ ਦੱਸਣ ਵਾਲੇ ਕਹਿ ਦੇਣਾ ਵੀ ਤੈਨੂੰ ਸੂਲੀ ਤੇ ਟੰਗਿਆ ਜਾਏਗਾ, ਉਹ ਸਰੀਰ ਗੁਰੂ ਸਾਹਿਬ ਦੀ ਚਰਨੀ ਸ਼ਰਨ ਚ ਆ ਜਾਏ। ਕਿਹੜੀ ਸੂਲੀ, ਉਹ ਕਰਮ ਵੀ ਬਦਲ ਦਿੰਦੇ ਗੁਰੂ ਕੋਲ ਤਾਕਤ ਹੈ। ਸਾਡੇ ਇਤਿਹਾਸ 'ਚ ਵੀ ਬਹੁਤ ਸਾਖੀਆਂ ਪਈਆਂ, ਇਸ ਪਾਸੇ ਨਹੀਂ ਜਾਣਾ, ਸ਼ਬਦ ਦੀ ਵਿਚਾਰ ਆਪਾਂ ਕਰਨੀ, ਸਮਾਂ ਸੀਮਤ ਹੈ। ਗੁਰੂ ਲੇਖ ਬਦਲਦਾ, ਗੁਰੂ ਕਰਮ ਬਦਲਦਾ। ਤੇ ਇੱਥੇ ਮਹਾਰਾਜ ਨੇ ਇਹੀ ਤੇ ਬਚਨ ਕਹੇ, ਗੁਰ ਪੂਰੇ ਹਰ ਨਾਮ ਦੜਾਇਆ, ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ। ਰੱਬ ਦਾ ਨਾਮ ਜਿਨ ਵਿੱਚੋਂ ਭਰਮ ਚੁਕਾਇਆ। ਗੁਰੂ ਨਾਮ ਹੀ ਦ੍ਰਿੜ ਨਹੀਂ ਕਰਵਾਉਂਦਾ, ਭਰਮ ਵੀ ਵਿੱਚੋਂ ਦੂਰ ਕਰ ਦਿੰਦਾ ਵੀ ਤੂੰ ਭਰਮ 'ਚ ਹੈ। ਬੜੇ ਪਿਆਰੇ ਬੋਲ ਨੇ,
ਗੁਰੂ ਆਪਣੇ ਸਿੱਖ ਅੰਦਰ ਭਰਮ ਕੇ ਪਰਦੇ ਸਤਿਗੁਰ ਖੋਲੇ, ਸਾਰੇ ਭਰਮ ਦੇ ਪਰਦੇ ਖੋਲ ਦਿੰਦਾ ਹੈ। ਉਹ ਗੁਰੂ ਹੀ ਕਾਹਦਾ ਜਿਹੜਾ ਸਿੱਖ ਦੇ ਅੰਦਰੋਂ ਭਰਮ ਹੀ ਦੂਰ ਨਹੀਂ ਕਰ ਸਕਦਾ। ਅੱਜ ਤੁਹਾਨੂੰ ਬਹੁਤੇ ਜੁੜੇ ਹੋਏ ਵੀ ਭਰਮ ਚ ਪਏ ਨਜ਼ਰ ਆਉਣਗੇ। ਮਹਾਰਾਜ ਕਹਿੰਦੇ ਭਰਮ ਨੂੰ ਦੂਰ ਕਰਕੇ ਅਸੀਂ ਧਰਮ ਕਮਾਉਣਾ ਹੈ। ਗੁਰੂ ਭਰਮ ਵੀ ਦੂਰ ਕਰਦੇ, ਫਿਰ ਨਾਮ ਵੀ ਦ੍ਰਿੜ ਕਰਵਾਉਂਦਾ ਹੈ। ਰਾਮ ਨਾਮ ਹਰ ਕੀਰਤ ਗਾਏ। ਗੁਰੂ ਚਰਨ ਨਾਲ ਜੁੜ ਕੇ ਰਾਮ ਨਾਮ ਹਰ ਕੀਰਤ ਗਾਏ, ਰਾਮ ਦਾ ਨਾਮ ਹਰ ਕੀਰਤ ਗਾਏ। ਅਸੀਂ ਗੁਰੂ ਸਾਹਿਬ ਕੋਲ ਬੈਠ ਕੇ ਵੀ ਕਰਦੇ ਹਾਂ, ਆ ਕੀਰਤ ਤੇ ਗਾਉਂਦੇ ਆ, ਕੀਰਤੀ ਕਹਿ ਲਓ, ਕੀਰਤਨ ਕਹਿ ਲਓ, ਕੀਰਤਨ ਤੇ ਕਰ ਰਹੇ ਆ ਰਾਮ ਦੇ ਨਾਮ ਦਾ ਜੀ। ਹਰ ਦਾ ਕੀਰਤਨ ਹੋ ਰਿਹਾ ਇੱਥੇ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ, ਸਤ ਸੰਗਤ ਹੀ ਉਹ ਜਿੱਥੇ ਇੱਕ ਦੀ ਗੱਲ ਹੁੰਦੀ ਹੈ, ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਤੇ ਗੁਰੂ ਸਾਹਿਬ ਕੋਲ ਬਿਠਾ ਕੇ ਫਿਰ ਰਾਮ ਦੀ ਕੀਰਤੀ, ਹਰ ਦੀ ਕੀਰਤੀ ਗਵਾਉਂਦੇ ਹਨ। ਕਰ ਚਾਨਣ ਮਗ ਦਿਖਾਇਆ। ਅੱਗੇ ਜੀਵਨ 'ਚ ਹਨੇਰਾ ਸੀ ਤੇ ਗੁਰੂ ਨੇ ਰੋਸ਼ਨੀ ਕਰ ਦਿੱਤੀ। ਕਰ ਚਾਨਣ ਮਗ ਰਸਤੇ ਨੂੰ ਕਹਿੰਦੇ ਦਿਖਾਇਆ। ਗੁਰੂ ਨੇ ਸੱਚ ਦਾ ਰਸਤਾ ਦਿਖਾ ਦਿੱਤਾ ਜੀ। ਹਨੇਰੇ 'ਚ ਬੰਦਾ ਭਟਕ ਜਾਂਦਾ ਹੈ, ਉਹ ਦੁਨਿਆਵੀ ਹਨੇਰੇ ਦੀ ਗੱਲ ਨਹੀਂ ਹੈ। ਟਿਊਬ ਚਲਾ ਸਕਦੇ, ਮੋਬਾਈਲ ਤੇ ਟਾਰਚ ਹੈ, ਉਹ ਅਸੀਂ ਅੱਗੇ ਜਾ ਸਕਦੇ ਹਾਂ। ਇੱਥੇ ਜਿਹੜਾ ਚਾਨਣ ਦਾ ਅਰਥ ਹੈ ਗਿਆਨ, ਮਗ ਦਾ ਅਰਥ ਹੈ ਰਸਤਾ। ਗੁਰੂ ਨੇ ਗਿਆਨ ਦਿੱਤਾ। ਜਿਸ ਰਸਤੇ ਤੋਂ ਭਟਕੇ ਸਾਂ, ਹਨੇਰੇ 'ਚ ਸਾਂ, ਠੇਡੇ ਲੱਗਦੇ ਸਨ, ਭਰਮ 'ਚ ਸਾਂ, ਮਹਾਰਾਜ ਕਹਿੰਦੇ ਉਹ ਸੱਚ ਦੇ ਮਾਰਗ ਤੇ ਚੱਲ ਪਏ ਜੇ। ਮੈਂ ਮਾਰ ਏਕ ਲਿਵ ਲਾਗੇ। ਹਉਮੈ ਨੂੰ ਮਾਰ ਕੇ ਉਹਨੇ ਇੱਕ ਨਾਲ ਸੁਰਤ ਜੋੜਦੀ ਜੀ। ਗੁਰੂ ਹਉਮੈ ਵੀ ਮਾਰਦਾ, ਭਰਮ ਵੀ ਦੂਰ ਕਰਦਾ ਹੈ, ਫਿਰ ਧਰਮ ਕਮਾਉਣ ਦੀ ਸਾਨੂੰ ਪ੍ਰੇਰਨਾ ਕਰਦਾ ਹੈ। ਗੁਰੂ ਕੋਲ ਆਉਣ ਦੇ ਕਿੰਨੇ ਫਾਇਦੇ। ਉਹ ਭਰਮ ਬਣੀ ਰਹੇ। ਇਕੱਲਾ ਇਹ ਨਹੀਂ ਵੀ ਗੁਰੂ ਸਾਹਿਬ ਆਏ ਨੂੰ ਨਾਮ ਹੀ ਦੇ ਦਿੰਦਾ ਹੈ, ਜਾਂ ਵੀ ਨਾਮ ਜਪ ਮਹਾਰਾਜ ਭਰਮ ਵੀ ਦੂਰ ਕਰਦੇ, ਹਉਮੈ ਵੀ ਨਹੀਂ ਅੰਦਰ ਰਹਿ ਦਿੰਦਾ। ਮਹਾਰਾਜ ਨੂੰ ਪਤਾ ਹੈ ਨਾ, ਹਉਮੈ ਨਾਵੇ ਨਾਲ ਵਿਰੋਧ ਹੈ। ਹਉਮੈ 'ਚ ਪਿਆ ਮਨੁੱਖ ਨਾਮ ਨਾਲ ਨਹੀਂ ਜੁੜ ਸਕਦਾ। ਮਹਾਰਾਜ ਫਿਰ ਹਉਮੈ ਵੀ ਦੂਰ। ਫਿਰ ਕਹਿੰਦੇ ਸੇਵਾ ਕਰ। ਗੁਰੂ ਘਰੇ ਜਿਹੜਾ ਹੁੰਦਾ ਹੈ ਨਾ, ਚਲੋ ਭਾਵੇਂ ਕਿਸੇ ਦਾਤ ਕਰਕੇ, ਕਿਸੇ ਨੂੰ ਜ਼ਰੂਰਤ ਹੈ, ਉਹਨੇ ਦਾਤ ਲੈਣੀ, ਮਹਾਰਾਜ ਕਹਿੰਦੇ ਸੇਵਾ ਕਰ। ਸੇਵਾ ਕਰਦਾ ਹੈ, ਸੇਵਾ ਕੀਤੀ ਫਿਰ ਹਉਮੈ ਦੂਰ ਹੋ ਜਾਂਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ। ਮਹਾਰਾਜ ਕਹਿੰਦੇ ਵਿੱਚੋਂ ਹਉਮੈ ਵੀ ਚਲੀ। ਮਹਾਰਾਜ ਕਹਿੰਦੇ ਫਿਰ ਜਾ ਜੂੜੇ ਸਾਫ਼ ਕਰ, ਜਾ ਭਾਈ ਤੂੰ ਜਾ ਕੇ ਜੂਠੇ ਬਰਤਨ ਸਾਫ਼ ਕਰ। ਇੱਥੇ ਬੈਠ ਕੇ ਸ਼ਬਦ ਦੀ ਵਿਚਾਰ ਸੁਣ, ਸਭ ਤੋਂ ਵੱਡੀ ਸੇਵਾ। ਮਨ ਫਿਰ ਸੇਵਾ ਚ ਲਾ ਕੇ ਹਉਮੈ ਦੂਰ ਕਰ ਦਿੰਦੇ ਹਨ। ਅੰਦਰ ਨਾਮ ਵਸਾਇਆ। ਹਉਮੈ ਦੂਰ ਕਰਕੇ ਮਨ ਨਿਰਮਲ ਕਰ ਦਿੰਦੇ ਤੇ ਫਿਰ ਅੰਦਰ ਨਾਮ ਵਸਾਇਆ, ਅੰਦਰ ਨਾਮ ਵਸਾ ਦਿੰਦੇ ਆ। ਗੁਰੂ ਹੀ ਦਿੰਦੇ ਨਾਮ, ਸੁਰਤ ਚ ਟਿਕਾ ਦਿੰਦੇ। ਪਹਿਲਾਂ ਅੰਦਰ ਨੂੰ ਸਾਫ਼ ਕਰਾਉਂਦੇ, ਸੇਵਾ ਕਰਵਾ ਕੇ ਮੈਲ ਰੱਖ ਦਿੰਦੀ ਹੈ। ਫਿਰ ਸਤਿਗੁਰੂ ਅੰਦਰ ਨਾਮ ਟਿਕਾ ਦਿੰਦੇ, ਸੁਰਤ ਦੇ ਅੰਦਰ ਸਦਾ ਵਾਸਤੇ ਨਾਮ ਦਾ ਵਾਸਾ ਕਰਵਾ ਦਿੰਦੇ ਹਨ। ਗੁਰ ਮੰਨੇ ਜਮ ਜੁੜੇ ਨਾ ਸਕੈ। ਮਹਾਰਾਜ ਕਹਿੰਦੇ ਗੁਰਮਤਿ ਤੇ ਚੱਲਦਿਆਂ ਇਹ ਵਿਕਾਰ ਸਾਨੂੰ ਫਿਰ ਹੋ ਨਹੀਂ ਸਕਣਗੇ। ਵਿਕਾਰ ਕਹਿ ਲਓ ਜਾਂ ਅਗਲੇ ਜਨਮ ਜਦੋਂ ਅਸੀਂ ਸਰੀਰ ਤਿਆਗ ਕੇ ਜਾਣਾ ਹੈ। ਮਹਾਰਾਜ ਜਿਹੜੇ ਜਮਾਂ ਦੀ ਗੱਲ ਕਰਦੇ, ਜੋ ਜਮ ਆਏ ਕੇਸ ਗਹਿ ਪਟਕੇ, ਜਿਨ੍ਹਾਂ ਨੇ ਕੇਸਾਂ ਤੋਂ ਫੜ ਕੇ ਧੂਣਾ ਦਾ ਯੱਕ ਅਰਜ ਗੋਤਮ ਕੇਸ ਤੋਂ ਦਰ ਦੋਸ ਕੋਤ ਕਰਤਾਰ ਹੱਕਾ ਕਬੀਰ ਕਰੀਬ ਤੂੰ ਬੇਐਬ ਪਰਵਤਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਬੰਬ ਸਨ ਹੋਏ ਅਜ਼ਰਾਈਲ ਗਿਰ ਫਤਿਹ ਦਿਲ ਹੇਚ ਨਾ ਦਾਨੀ। ਵਿਕਾਰਾਂ ਨੇ ਇੱਕ ਸਾਨੂੰ ਵਿਕਾਰ ਵੀ ਧੂ ਰਹੇ ਆ, ਇੱਧਰ ਉੱਧਰ ਜਾਂਦੇ ਆ, ਬੰਦਾ ਭੱਜਦਾ ਦੌੜਦਾ। ਇੱਕ ਉਹ ਜਮ ਹੈ ਜਿਨ੍ਹਾਂ ਦੇ ਵਸ ਸੁਰਤ ਨੇ ਸਾਡੀ ਨੇ ਪੈਣਾ, ਉਹ ਫਿਰ ਮਾਰਨਗੇ ਕੁੱਟਣਗੇ, ਸਰੀਰ ਨਹੀਂ ਉੱਥੇ ਜਾਂਦਾ। ਉਹ ਫਿਰ ਸਾਡੇ ਤੋਂ ਹਿਸਾਬ ਕਿਤਾਬ ਮੰਗਣਗੇ। ਮਹਾਰਾਜ ਕਹਿੰਦੇ ਲੇਖਾ ਰੱਬ ਮੰਗੀ ਸੀਗਾ ਬੈਠਾ ਕੱਢ ਗਈ। ਮਹਾਰਾਜ ਕਹਿੰਦੇ ਵਿਕਾਰ ਰੂਪੀ ਜਮਾਂ ਤੋਂ ਵੀ ਬਚੇਗਾ, ਉਹਨਾਂ ਜਮਾਂ ਦੀ ਮਾਰ ਨਹੀਂ ਤੈਨੂੰ ਖਾਣੀ ਪਏਗੀ ਜਿਨ੍ਹਾਂ ਤੋਂ ਤੂੰ ਡਰਦਾ ਹੈ ਵੀ ਉੱਥੇ ਜਾ ਕੇ ਮੇਰੇ ਤੋਂ ਹਿਸਾਬ ਕਿਤਾਬ ਮੰਗਿਆ ਜਾਣਾ। ਮਹਾਰਾਜ ਕਹਿੰਦੇ ਜੇ ਇੱਥੇ ਆ ਵਿਕਾਰ ਰੂਪੀ ਜਮਾਂ ਨੂੰ ਦੂਰ ਕਰੇਗਾ, ਉਹਨਾਂ ਜਮਾਂ ਦੇ ਵਸ ਗੁਰੂ ਨਹੀਂ ਪੈਣ ਦੇਵੇਗਾ। ਸਚੈ ਨਾਏ ਸਮਾਇਆ। ਉਹ ਫਿਰ ਜਮ ਜੋ ਨਹੀਂ ਸਕਣਗੇ, ਸੱਚੇ ਨਾਮ ਵਿੱਚ ਜੀਵ ਸਮਾ ਜਾਂਦਾ ਹੈ। ਸਭ ਆਪੇ ਆਪ ਵਰਤੈ ਕਰਤਾ। ਉਹ ਆਪ ਹੀ ਸਾਰਿਆਂ 'ਚ ਵਰਤਦਾ ਹੈ। ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਦਾ ਹੈ, ਸਾਰਿਆਂ ਦੇ ਵਿੱਚ ਆਪ ਹੈ, ਸਾਰਿਆਂ 'ਚ ਹੀ ਵਰਤ ਰਿਹਾ ਹੈ, ਤੇਰੇ 'ਚ ਵੀ ਵਰਤ ਰਿਹਾ ਹੈ। ਹਾਂ, ਤੇਰੀ ਗਵਾਹੀ ਉਧਰ ਕਰੇਗਾ ਜਿੱਦਣ ਤੂੰ ਉਹਦੇ ਨਾਲ ਜੁੜੇਗਾ।
ਵੈਸੇ ਰੱਬ ਦੀ ਪ੍ਰੀਤ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੀਰੈ ਤਿਉ ਕਰਨਾ, ਉਹ ਸਾਰਿਆਂ 'ਚ ਵਰਤ ਰਿਹਾ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ, ਉਹਦੀ ਸੱਤਿਆ ਸਾਰਿਆਂ 'ਚ ਕੰਮ ਕਰਦੀ ਹੈ। ਜੋ ਪਾਵੈ ਸੋ ਨਹੀਂ ਲਾਇਆ। ਹਾਂ, ਜਿਹੜਾ ਉਹਨੂੰ ਭਾ ਜਾਂਦੇ ਉਹਨੂੰ ਆਪਣੇ ਨਾਮ ਨਾਲ ਲਾ ਲੈਂਦੇ, ਜੋੜ ਲੈਂਦੇ। ਜਿਹੜਾ ਭਾ ਜਾਂਦਾ, ਜਿਹੜਾ ਉਹਨੂੰ ਚੰਗਾ ਲੱਗਦਾ, ਚੰਗਾ ਉਹਨੂੰ ਉਹ ਲੱਗੇਗਾ ਜਿਹੜਾ ਰਜ਼ਾ 'ਚ ਚੱਲਦਾ ਹੈ, ਹੁਕਮ 'ਚ ਚੱਲਦਾ ਹੈ। ਜਿਹੜਾ ਉਹਨੂੰ ਭਾ ਜਾਂਦਾ ਫਿਰ ਉਸ ਜੀਵ ਨੂੰ ਭਾਈ ਨਾਮ ਨਾਲ ਗੁਰੂ ਜੋੜ ਦਿੰਦਾ ਹੈ। ਜਨ ਨਾਨਕ ਨਾਉ ਲਏ ਨਾ ਜੀਵੈ। ਹੁਣ ਤੇ ਨਾਨਕ ਨਾਂ ਲੈਂਦਾ ਤੇ ਜਿਉਂਦਾ, ਹੁਣ ਤੇ ਆਖਾਂ ਜੀਵਾ ਵਿਸਰੈ ਮਰ ਜਾਓ। ਇਹ ਮਹਾਰਾਜ ਨੇ ਨਿੱਕਿਆ ਜਿਹਾ ਨੇ ਬਚਨ ਕਹੇ ਸਨ। ਜਦੋਂ ਉਹ 10 ਕੁ ਸਾਲ ਦੀ ਉਮਰ 'ਚ ਜਨੇਊ ਦੀ ਰਸਮ ਹੋਣੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਦਿਨ ਰਾਤ ਜਪਦੇ, ਉਹ ਮਾਸੀ ਆ ਗਈ ਲੱਖੋਂ। ਉਹ ਕਹਿੰਦੀ ਤ੍ਰਿਪਤਾ ਤੇਰਾ ਪੁੱਤਰ ਇਹਨੂੰ ਬੁੜ ਕਰਦਾ ਤੇ ਸਾਰੇ ਮੂੰਹ ਜੋੜ ਕੇ ਗੱਲਾਂ ਕਰਦੇ ਵੀ ਇਹ ਸਿੱਧਾ ਜਿਹਾ ਲੱਗਦਾ, ਇਹ ਝੱਲਾ ਜਿਹਾ ਹੀ ਲੱਗਦਾ ਨਾਨਕ। ਤੇ ਮਾਂ ਨੇ ਸੱਦ ਕੇ ਅੰਦਰ ਵੜ ਕੇ ਕਿਹਾ, ਨਾਨਕ ਵੀ ਚਲੋ ਅੱਗੇ ਤੇ ਚੱਲ ਜਾਂਦਾ ਸੀ, ਤੂੰ ਕੱਲਾ ਸੀ ਘਰੇ ਤੇ ਰਿਸ਼ਤੇਦਾਰ ਆ ਰਹੇ ਨੇ ਤੇ ਆ ਬੁੜ ਕਰਨੀ ਬੰਦ ਕਰ। ਸਾਰੇ ਕਹਿੰਦੇ ਵੀ ਇਹ ਝੱਲਾ ਸਿੱਧਾ ਐਵੇਂ ਬੋਲਦਾ ਰਹਿੰਦਾ। ਤੇ ਗੁਰੂ ਨਾਨਕ ਸਾਹਿਬ ਨੇ ਨਾ ਬੜੇ ਭਾਵੁਕ ਜਿਹੇ ਹੋ ਕੇ ਆਪਣੀ ਮਾਂ ਦੇ ਚਿਹਰੇ ਵੱਲ ਵੇਖ ਕੇ ਬੋਲ ਕੇ, ਮਾਂ ਜਿੱਦਣ ਤੇਰੇ ਨਾਨਕ ਨੇ ਬੁੜ ਕਰਨੀ ਛੱਡ ਦਿੱਤੀ, ਨਾਨਕ ਦੀ ਮੌਤ ਹੋ ਜਾਣੀ। ਗੁਰੂ ਨਾਨਕ ਸਾਹਿਬ ਨੇ ਬਚਨ ਕੇ, ਮਾਂ ਕਹਿੰਦੀ ਬੇਟਾ ਇਹੋ ਜਿਹੀ ਗੱਲ ਨਹੀਂ ਕਰੀਦੀ। ਮਹਾਰਾਜ ਕਹਿੰਦੇ, ਮਾਂ ਮੈਂ ਬੁੜ ਨਹੀਂ ਕਰਦਾ, ਮੈਂ ਰੱਬ ਨੂੰ ਜਪਦਾ। ਇਹ ਮਨੁੱਖਾ ਜਨਮ ਸਾਨੂੰ ਮਿਲਿਆ ਜਪਣ ਵਾਸਤੇ ਮਿਲਿਆ। ਹੋਰ ਕੰਮ ਤੇ ਸਾਰੇ ਹੋ ਜਾਣੇ ਹੈ, ਰੱਬ ਦੀ ਬੰਦਗੀ ਕਰਨੀ ਮਾਂ ਬੜੀ ਔਖੀ ਹੈ। ਨਾਨਕ ਉਹਨੂੰ ਆਖਦਾ ਕਿ ਜਿਉਂਦਾ, ਜੇ ਉਹ ਵਿਸਰ ਜਾਂਦੇ ਨਾਨਕ ਦੀ ਮੌਤ ਹੋ ਜਾਂਦੀ ਹੈ। ਬਿਨ ਨਾਵੈ ਖਿਨ ਮਰ ਜਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ। ਸਾਨੂੰ ਵੀ ਨਾਮ ਜਪਣਾ, ਮਹਾਰਾਜ ਦੀ ਨਜ਼ਰ 'ਚ ਜਿਉਂਦੇ ਉਹ ਹੈ ਜਿਹੜੇ ਜਪਦੇ ਨੇ। ਨਹੀਂ ਤੇ ਆਪ ਸੁੰਦਰ ਕੁਲੀਨ ਚੰਦਰ ਮੁਖ ਘਿਆਨੀ ਤੜਵੰਤ, ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ। ਭਗਵੰਤ ਮਹਾਰਾਜ ਕਹਿੰਦੇ ਜਿਉਂਦਿਆਂ ਹੀ ਮਰੇ ਹੋਏ ਨੇ ਜਿਨ੍ਹਾਂ ਦੇ ਅੰਦਰ ਭਗਵੰਤ ਪ੍ਰਤੀ ਪ੍ਰੀਤ ਨਹੀਂ ਹੈ, ਜਿਹੜੇ ਜਪਦੇ ਨਹੀਂ ਹੈ। ਤੇ ਜਿਹੜੇ ਜਪਦੇ ਨੇ ਉਹ ਮਰਨ ਤੋਂ ਬਾਅਦ ਵੀ ਜਿਉਂਦੇ ਆ। ਬਾਬਾ ਦੀਪ ਸਿੰਘ ਜੀ ਗਏ ਕਿਤੇ, ਜਪਿਆ ਸੀ, 75 ਸਾਲ ਦੀ ਬੰਦਗੀ ਸੀ ਉਹਨਾਂ ਦੀ, ਤੇ ਗੁਰਮੁਖ ਅੱਜ ਵੀ ਜਿਉਂਦੇ ਆ। ਅੱਜ ਵੀ ਲਾਈਨਾਂ 'ਚ ਲੱਗ ਕੇ ਬਾਬਾ ਦੀਪ ਸਿੰਘ ਨੂੰ ਨਮਸਕਾਰ ਕਰਨੀ ਪੈਂਦੀ ਹੈ ਨਾ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਾਰੂ ਉਪਕਾਰੀ, ਆਏ ਜੀਣ ਜੀ ਦਾਨ ਦੇ ਭਗਤੀ ਲਾਇਨ ਹਰਿ ਸੁਣ ਲੈਣ। ਉਹ ਉਦੋਂ ਨਹੀਂ ਸੀ ਹਰਿ ਸੁਣ ਲੈਣ ਬੁਲਾਏ, ਅੱਜ ਵੀ ਹਰਿ ਸੁਣ ਲੈਣ ਬੁਲਾਏ। ਕਿੰਨਿਆਂ ਨੂੰ ਜੋੜਦੇ ਆ। ਬੜਿਆਂ ਦੀ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ, ਬੜਿਆਂ ਦੀ ਸ਼ਰਧਾ ਬਾਬਾ ਦੀਪ ਸਿੰਘ ਜੀ ਦੇ ਉੱਪਰ। ਉਹ ਕਿਤੇ ਜਾਂਦੇ ਥੋੜ੍ਹੀ ਹੈ, ਆਪ ਨੇ ਨਾ ਜਾਹੀ ਨਾ ਕਬਹੂ ਮਰਤੇ ਪਾਰ ਬ੍ਰਹਮ ਸਕਾਰੀ ਨੇ। ਨਾਨਕ ਆਖਦਾ ਤੇ ਜਿਉਂਦੇ, ਜਿੱਦਣ ਰੱਬ ਭੁੱਲ ਜਾਂਦੇ ਅਸੀਂ ਆਤਮਕ ਮੌਤੇ ਮਰ ਜਾਂਦੇ ਹਾਂ। ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਜਪਣਾ ਚਾਹੀਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਨ, ਸਦਾ ਉਹਨੂੰ ਜਪਣਾ ਚਾਹੀਦਾ। ਨਿਤ ਨਵਾਂ ਰਸ ਹੁੰਦਾ, ਜਪਿਆ ਆਤਮਾ ਬਲਵਾਨ ਹੁੰਦੀ ਹੈ, ਜਪਿਆ ਵਿਕਾਰ ਦੂਰ ਹੁੰਦੇ ਹੈ, ਜਪ ਕੇ ਹੀ ਰੱਬ ਦੇ ਘਰ ਮਨੁੱਖ ਪ੍ਰਵਾਨ ਹੁੰਦਾ ਹੈ। ਇਹਦੀਆਂ ਕਮੇਟੀਆਂ ਪ੍ਰਵਾਨ ਕਰਦੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਜੀਆਂ ਨੂੰ ਸ਼ਬਦੀ ਵਿਚਾਰ ਕਰਦੇ ਹਾਂ, ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ। ਸੰਗਤ ਤੇ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਇਹਨਾਂ ਸਥਾਨਾਂ ਦੀ ਸੇਵਾ